Hello dear students, how are you all? Welcome back to the session of class 8th math subject. Dear students, today we will do our next exercise. This is 1.3 from chapter number 1, that is rational numbers. So dear students, ਇਸ exercise ਦੇ ਵਿੱਚ ਜੋ sum ਹੋਣਗੇ ਉਹ ਬੱਚੇ ਰੈਸ਼ਨਲ ਨੰਬਰ ਦੀ ਮਲਟੀਪਲੀਕੇਸ਼ਨ ਨਾਲ ਰਿਲੇਟਡ ਹੋਣਗੇ। ਉਸ ਤੋਂ ਬਾਅਦ ਅਸੀਂ ਮਲਟੀਪਲੀਕੇਟਿਵ ਆਇਡੈਂਟੀਟੀ ਬਾਰੇ ਜਾਣਾਂਗੇ, ਮਲਟੀਪਲੀਕੇਟਿਵ ਇਨਵਰਸ ਦੇ ਸਵਾਲ ਕਰਾਂਗੇ ਤੇ ਬੱਚੋ ਕੁਝ MCQ ਹਨ ਉਹ ਅਸੀਂ ਡਿਸਕਸ ਕਰਾਂਗੇ। ਓਕੇ, तो ਪਿਆਰੇ ਵਿਦਿਆਰਥੀਓ ਇਹ 'ਚ ਜਿਹੜਾ ਪਹਿਲਾ ਕੁਐਸਚਨ ਹੈ ਇਹ ਜ਼ਿਆਦਾ ਕੋਈ ਡਿਫਿਕਲਟ ਨਹੀਂ ਹੈ, ਇਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਤੁਹਾਨੂੰ ਪਤਾ ਹੀ ਹੈ ਰੈਸ਼ਨਲ ਨੰਬਰ ਦੀ ਮਲਟੀਪਲੀਕੇਸ਼ਨ ਕਿਵੇਂ ਕਰਦੇ ਹਾਂ। ਇਹਦੇ ਵਿੱਚ ਅਗਰ ਕਿਸੇ ਦਾ ਵੀ ਬੱਚੋ ਕੋਈ ਕਾਮਨ ਮਲਟੀਪਲ ਆਉਂਦਾ ਹੈ ਉਹਨੂੰ ਤੁਸੀਂ ਆਪਸ ਦੇ ਵਿੱਚ ਕੱਢ ਦੇਣਾ ਹੈ ਤੇ ਬਾਕੀ ਡਾਇਰੈਕਟ ਤੁਸੀਂ ਆਨਸਰ ਜਿਹੜੇ ਆ ਉਹ ਲਿਖ ਦੇਣੇ ਹਨ। ਜਿਵੇਂ ਕਿ ਤੁਸੀਂ ਪਹਿਲਾ ਸਵਾਲ ਦੇਖ ਸਕਦੇ ਹੋ 7 into 5 ਇਹ ਤੁਹਾਨੂੰ ਪਤਾ 35 ਹੁੰਦੇ ਨੇ, ਇੱਕ ਦੂਸਰੇ ਦੇ ਟੇਬਲ ਉੱਪਰ ਨੀਚੇ ਕਿਤੇ ਵੀ ਨਹੀਂ ਆ ਰਹੇ ਤਾਂ 35/44 ਇਹਦਾ ਆਨਸਰ ਡਾਇਰੈਕਟ ਆ ਜਾਣਾ। ਉਸ ਤੋਂ ਬਾਅਦ ਨੈਕਸਟ ਜੋ ਆਨਸਰ ਹੋਏਗਾ ਉਹ ਵੀ ਵਿੱਚੋਂ ਡਾਇਰੈਕਟ, ਕਿਉਂਕਿ ਕਾਮਨ ਮਲਟੀਪਲ ਕੁਛ ਨਹੀਂ ਹੈਗੇ ਇਹਨਾਂ ਦੇ ਵਿੱਚ, ਤਾਂ -15/28 ਇਹਦਾ ਆਨਸਰ ਆਊਗਾ। ਨੈਗੇਟਿਵ ਸਾਈਨ ਇੱਥੇ ਤੁਸੀਂ ਰਿਟੇਨ ਕਰਕੇ ਰੱਖਣਾ ਹੈ। ਇਹਦੇ ਵਿੱਚ ਆਹ ਚੀਜ਼ ਦਾ ਧਿਆਨ ਖਾਸ ਰੱਖਣਾ ਹੈ, ਮਾਈਨਸ ਮਾਈਨਸ ਪਲੱਸ ਹੁੰਦੇ ਹਨ ਤੇ ਪਲੱਸ ਮਾਈਨਸ ਮਾਈਨਸ ਹੁੰਦੇ ਹਨ। ਠੀਕ ਹੈ, ਤੋਂ ਬਾਅਦ ਜੋ ਨੈਕਸਟ ਸਾਡਾ ਸਮ ਹੈ ਇਹਦਾ ਵੀ ਆਨਸਰ ਮਾਈਨਸ ਵਿੱਚ ਹੀ ਆਏਗਾ ਔਰ ਇਹ ਵੀ ਬੱਚੋ 5 दूनी 10 11 ਨਾਮ 99। ਠੀਕ ਹੈ, ਤਾਂ ਇਹਦਾ ਵੀ -10/99 ਆਨਸਰ ਜਿਹੜਾ ਹੋਏਗਾ। ਨੈਕਸਟ ਦਾ ਜਿਹੜਾ ਕੁਐਸਚਨ ਹੈਗਾ ਇਹ ਵੀ ਡਾਇਰੈਕਟ ਮਲਟੀਪਲੀਕੇਸ਼ਨ ਹੀ ਹੈ, -12/35 ਇਹਦਾ ਆਨਸਰ ਆ ਜਾਏਗਾ। ਉਸ ਤੋਂ ਬਾਅਦ ਅਗਲੇ ਵਿੱਚ ਮਾਈਨਸ ਨਾਲ ਮਾਈਨਸ ਇੱਥੇ ਬੱਚੋ ਪਹਿਲਾਂ ਕੈਂਸਲ ਕਰ ਦੇਣੇ ਨੇ। ਉਸ ਤੋਂ ਬਾਅਦ ਅਗਰ ਤੁਸੀਂ ਦੇਖ ਸਕਦੇ ਹੋ ਇੱਥੇ 7 2s are 14 ਹੁੰਦੇ ਨੇ ਤੇ 8 ਦੀ 2 ਨਾਲ ਗੁਣਾ ਕਰ ਦਿਓ, ਇਹ 16 ਪ੍ਰਾਪਤ ਹੋਇਆ। 16 ਤੇ ਥੱਲੇ ਬੱਚੋ 5 ਪ੍ਰਾਪਤ ਹੋਇਆ, ਜਮਾ ਦੇ 16/5 ਜਿਹੜਾ ਇਹਦਾ ਆਨਸਰ ਆਏਗਾ। ਠੀਕ ਹੈ, ਨੈਕਸਟ ਵਿੱਚ ਵੀ ਤੁਸੀਂ ਦੇਖ ਸਕਦੇ ਹੋ 9 ਚੌਕਾ 36 ਹੁੰਦੇ ਹਨ, ਇਹ ਮਾਈਨਸ ਨਾਲ ਮਾਈਨਸ ਬੱਚੋ ਕੈਂਸਲ ਹੋ ਜਾਣੇ ਹਨ ਤੇ 5 5 ਹੁੰਦੇ ਨੇ 25, ਤੋਂ ਇਹਦਾ ਮਤਲਬ ਇਹਦਾ ਆਨਸਰ ਆ ਗਿਆ 4/5। ਠੀਕ ਹੈ, ਉਸ ਤੋਂ ਬਾਅਦ ਨੈਕਸਟ ਵਿੱਚ ਵੀ ਮਾਈਨਸ ਨਾਲ ਮਾਈਨਸ ਤੁਸੀਂ ਕੈਂਸਲ ਕਰ ਦੇਣਾ ਹੈ, 5 ਤੀਏ 15, 5 5 25। ਠੀਕ ਹੈ, 8 ਦੂਣੀ 16 ਯਾਨੀ ਕਿ 3/10 ਜਿਹੜਾ ਇਹਦਾ ਆਨਸਰ ਹੋਵੇਗਾ। ਉਸ ਤੋਂ ਬਾਅਦ ਨੈਕਸਟ ਜਿਹੜਾ ਕੁਐਸਚਨ ਹੈ 11 ਚੌਕ 44। ਓਕੇ, ਤੇ 6 ਪੰਜਾ 30 ਹੁੰਦੇ ਹਨ, ਮਾਈਨਸ ਨਾਲ ਮਾਈਨਸ ਬੱਚੋ ਇੱਥੇ ਕੈਂਸਲ ਹੋ ਗਿਆ ਤਾਂ ਇਹਦਾ ਆਨਸਰ ਆ ਜਾਏਗਾ 4/5। ਉਸ ਤੋਂ ਬਾਅਦ ਨੈਕਸਟ ਕੁਐਸਚਨ 6 ਪੰਜਾ 30, 17 ਤੇ 51 ਹੁੰਦੇ ਨੇ ਤੇ 3 ਦੂਣੀ ਅੱਗੇ ਫਰਦਰ 6 ਹੁੰਦੇ ਨੇ, -3/2 ਜਿਹੜਾ ਹੈ ਇਹਦਾ ਆਨਸਰ ਹੋਏਗਾ। ਠੀਕ ਹੈ, 3/6 ਪੰਜਾ 30, 17 ਤੇ 51, ਹਾਂਜੀ 1/2 ਸੌਰੀ। ਠੀਕ ਹੈ, ਮਾਈਨਸ ਦੇ 1/2 ਜਿਹੜਾ ਆਨਸਰ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਵਿੱਚ 7 ਨਾਲ 7 ਕੱਢ ਦੇਣੇ, ਮਾਈਨਸ ਨਾਲ ਮਾਈਨਸ ਕੱਢ ਦੇਣਾ, 5 ਤੀਏ 15 ਤੇ 6 ਤੀਏ ਵਿੱਚੋਂ 18 ਹੁੰਦੇ ਹਨ। ਠੀਕ ਹੈ, ਤਾਂ ਇਹਦਾ ਮਤਲਬ ਇਹਦੇ ਵਿੱਚ 3 ਕਾਮਨ ਮਲਟੀਪਲ ਆ ਗਿਆ, ਤਾਂ 5/6 ਜਿਹੜਾ ਇਹਦਾ ਆਨਸਰ ਹੋਏਗਾ। ਨੈਕਸਟ ਵਿੱਚ ਮਾਈਨਸ ਨਾਲ ਮਾਈਨਸ ਪਹਿਲਾਂ ਕੱਟ ਦਿਓ, ਇੱਥੇ 3 ਰੈਸ਼ਨਲ ਨੰਬਰ ਦੀ ਮਲਟੀਪਲੀਕੇਸ਼ਨ ਹੈ, ਧਿਆਨ ਨਾਲ ਕਰਨਾ। 4 ਪੰਜਾ 20 ਹੁੰਦੇ ਨੇ, 4 ਨਾਲ 4 ਇਹ ਕੱਟ ਦਿਓ। ਠੀਕ ਹੈ, ਉਸ ਤੋਂ ਬਾਅਦ 3 ਤੀਏ 9 ਹੁੰਦੇ ਨੇ। ਠੀਕ ਹੈ, ਤਾਂ ਇਹਦਾ ਆਨਸਰ ਜਿਹੜਾ ਹੈ 16/3 ਆਏਗਾ। ਓਕੇ, ਨੈਕਸਟ ਵਿੱਚ ਵੀ ਤੁਸੀਂ ਅਗਰ ਇਹ ਸਮ ਕਰੋ ਤਾਂ ਇਹਦੇ ਵਿੱਚ ਕੀ ਆ 5 ਤੀਏ 15। ਠੀਕ ਹੈ, ਤੇ ਉਸ ਤੋਂ ਬਾਅਦ ਇਹਦੇ ਵਿੱਚ 5 ਤੀਏ 15 ਹੋ ਗਿਆ ਬੱਚੋ। ਠੀਕ ਹੈ, 6 ਤੀਏ 18 ਤੇ 9 ਤੀਆ 27। ਓਕੇ, ਉਸ ਤੋਂ ਬਾਅਦ ਫਿਰ ਇਹ ਕੱਟ ਰਹੇ ਨੇ 3 ਦੂਣੀ 6, 3 ਤੀਏ 9 ਯਾਨੀ ਕਿ 2/3 ਇੱਥੇ ਆ ਰਿਹਾ। ਠੀਕ ਹੈ, ਉਸ ਤੋਂ ਬਾਅਦ ਇਹ 2 ਇਹਦੇ ਨਾਲ ਵੀ ਕੱਟ ਸਕਦੇ ਤੁਸੀਂ। ਠੀਕ ਹੈ ਜੀ, ਤੋ ਇੱਥੇ ਇਹ 5 ਦੂਣੀ 10 ਆ ਗਿਆ। ਠੀਕ ਹੈ, ਤਾਂ 3 ਜਿਹੜੇ ਨੇ 3 ਤੀਏ 9 ਇਹਦੇ ਨਾਲ ਕੱਟ ਜਾਣਗੇ, ਤਾਂ ਇਹਦਾ ਮਤਲਬ ਇਹਦਾ ਆਨਸਰ 3/5 ਆਏਗਾ। ਬਟ 3/5 ਆਏਗਾ। 1 ਮਿੰਟ ਜਰਾ ਦੁਬਾਰਾ ਇਹਨੂੰ ਦੇਖ ਲੈਂਦੇ ਹਾਂ, ਕੁਛ ਮਿਸਟੇਕ ਨਾ ਹੋ ਗਈ ਹੋਵੇ। ਬਾਕੀ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਤੋ ਇਹਦੇ ਵਿੱਚ 1 ਸੈਕਿੰਡ, ਇਹਨੂੰ ਅਸੀਂ ਦੁਬਾਰਾ ਹੀ ਕਰ ਲੈਂਦੇ ਹਾਂ ਬੱਚੋ, ਤਾਂ ਕਿ ਕੋਈ ਮਿਸਟੇਕ ਨਾ ਹੋਵੇ ਇਹਦੇ ਵਿੱਚ। ਹਾਂਜੀ, ਇਹਦੇ ਵਿੱਚ ਅਸੀਂ ਦੇਖਦੇ ਹਾਂ 5 ਦੂਣੀ 10। ਠੀਕ ਹੈ, ਪਹਿਲਾਂ ਤੇ 5 ਦੂਣੀ 10 ਤੇ 5 ਤੀਏ 15। ਓਕੇ, ਪਹਿਲਾਂ ਤੁਸੀਂ ਇੱਥੇ ਇਹਨੂੰ ਇਸ ਤਰ੍ਹਾਂ ਕੱਢ ਦਿੱਤਾ। ਠੀਕ ਹੈ, ਉਸ ਤੋਂ ਬਾਅਦ 9 ਦੂਣੀ 18, ਇਹਨੂੰ ਇਹਦੇ ਨਾਲ ਕੱਢ ਦਿਓ। ਠੀਕ ਹੈ, ਉਸ ਤੋਂ ਬਾਅਦ 3 ਤੀਏ 9। ਠੀਕ ਹੈ, ਜਾਂ ਸਿੱਧਾ ਹੀ 9 ਤੀਆ 27, ਸਿੱਧਾ ਹੀ ਇਹ 3 ਤੇ ਕੱਟ ਹੋ ਰਿਹਾ। ਉਸ ਤੋਂ ਬਾਅਦ 3 ਤੀਏ 9। ਠੀਕ ਹੈ, ਤਾਂ ਇਹਦਾ ਮਤਲਬ ਇੱਥੇ ਆਨਸਰ ਜਿਹੜਾ ਹੈ ਉਹ ਦੇਖੋ, ਹੁਣ ਆਹ 3 ਬੱਚੇ 3 ਤੀਏ 9 ਬਣਦੇ ਪਏ। ਓਕੇ, ਮਤਲਬ 9/5। ਠੀਕ ਹੈ, ਜਾਂ ਤੁਸੀਂ ਆਹ ਵਾਲਾ 3 ਸੀਗਾ ਜਿਹੜਾ ਇਹਦੇ ਨਾਲ ਡਾਇਰੈਕਟਲੀ ਕੱਢ ਦਿੰਦੇ ਔਰ ਇਹਨੂੰ 9 ਨੂੰ ਤੁਸੀਂ ਐਜ਼ ਇਟ ਇਜ਼ ਹੀ ਰਹਿਣ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ। ਠੀਕ ਹੈ, ਤਾਂ 9/5 ਇਹਦਾ ਆਨਸਰ ਆਏਗਾ।
ਓਕੇ ਜੀ, ਵਿਦ ਨੈਗੇਟਿਵ ਸਾਈਨ ਕਿਉਂਕਿ ਮਾਈਨਸ ਸਾਈਨ ਨਾਲ ਰਿਟੇਨ ਰਹੇਗਾ, ਠੀਕ ਹੈ। ਤੋ ਇਹ ਸੀਗੇ ਵਿੱਚੋਂ ਸਵਾਲ ਪਹਿਲੇ ਪਾਰਟ ਤੇ, ਜਿਹੜੇ ਕਿ ਆਰਾਮ ਨਾਲ ਤੁਸੀਂ ਕਰ ਸਕਦੇ ਹੋ, ਕੋਈ ਇਹਦੇ ਵਿੱਚ ਡਿਫੀਕਲਟ ਕੰਮ ਨਹੀਂ ਹੈਗਾ, ਜਸਟ ਮਲਟੀਪਲੀਕੇਸ਼ਨ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਵਿੱਚੋਂ ਹੈ ਸਾਡਾ ਜਿਹੜਾ ਸਮ, ਇਹ ਹੈਗਾ ਹੈ, ਦੇਖੋ ਅਸੀਂ ਪੜ੍ਹਿਆ ਸੀ ਕਿ ਕਰਮ ਵਟਾਂਦਰਾ ਗੁਣ, ਕਰਮ ਵਟਾਂਦਰਾ ਗੁਣ ਜਿਹੜਾ ਹੈ ਉਹ ਜੋੜ ਦੇ ਲਈ ਵੀ ਅਸੀਂ ਪੜ੍ਹ ਚੁੱਕੇ ਹਾਂ। ਜੋੜ ਦੇ ਵਿੱਚ ਅਸੀਂ ਫਾਰਮੂਲਾ ਯਾਦ ਕੀਤਾ ਸੀ ਕਿ a ਜਮਾ b ਬਰਾਬਰ b ਜਮਾ a ਦੇ ਬਰਾਬਰ ਹੁੰਦੇ ਹਨ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਰਮ ਵਟਾਂਦਰਾ ਗੁਣ ਘਟਾਓ ਦੇ ਲਈ, ਜੋ ਕਿ ਆਪਸ 'ਚ ਬਰਾਬਰ ਨਹੀਂ ਹੁੰਦੇ ਹਨ। ਹੁਣ ਅਸੀਂ ਗੁਣਾਂ ਦੇ ਲਈ ਜਾਣਾਂਗੇ ਕਿ ਕੀ ਇਹ ਬਰਾਬਰ ਹੁੰਦੇ ਹਨ ਜਾਂ ਨਹੀਂ। ਬੱਚਿਓ ਇਹ ਵੀ ਬਰਾਬਰ ਹੋਣਗੇ, ਠੀਕ ਹੈ। ਅਗਰ ਤੁਸੀਂ ਮਲਟੀਪਲਾਈ ਕਰ ਦਿਓ ਇੱਥੇ x ਦੀ ਵੈਲਿਊ, ਇੱਥੇ x ਗੁਣਾ y, ਠੀਕ ਹੈ, ਯਾਨੀ ਕਿ ਤੁਸੀਂ ਇੱਥੇ ਲਿਖ ਲੈਣਾ ਹੈ ਲੈਫਟ ਹੈਂਡ ਸਾਈਡ ਪਹਿਲੇ ਸਵਾਲ ਲਈ, ਤੇ x ਦਾ ਮੁੱਲ ਜਿਹੜਾ ਹੈ -5/7 ਹੈ। ਉਸ ਤੋਂ ਬਾਅਦ ਅਗਲੇ ਵਿੱਚ 9/13 ਹੈ, ਓਕੇ। ਤੋ ਇਹਨੂੰ ਜਦੋਂ ਤੁਸੀਂ ਮਲਟੀਪਲਾਈ ਕਰੋਗੇ, ਤਾਂ ਮਲਟੀਪਲਾਈ ਇਹਦੇ ਵਿੱਚ ਬੱਚੋ ਇਹ ਕੱਟ ਤਾਂ ਨਹੀਂ ਹੋ ਰਿਹਾ, ਠੀਕ ਹੈ। 9 5 45 ਬਣ ਗਿਆ, ਠੀਕ ਹੈ। ਤੇ 13 7 ਤੁਹਾਨੂੰ ਪਤਾ ਹੈ ਇੱਥੇ ਕਿੰਨੇ ਨੇ, 91 ਹੁੰਦੇ ਹਨ, ਠੀਕ ਹੈ। ਤੋ ਇਹਦਾ ਮਤਲਬ ਇਹਦੇ ਵਿੱਚ ਡਾਇਰੈਕਟ ਹੋਰ ਤਾਂ ਦੇਖੋ ਮਲਟੀਪਲੀਕੇਸ਼ਨ ਹੋਵੇ ਵਿਦ ਨੈਗੇਟਿਵ ਸਾਈਨ ਇਹਦਾ ਆਂਸਰ ਆਏਗਾ। ਸਿਮਿਲਰਲੀ ਤੁਸੀਂ ਕੀ ਆ, ਹੁਣ y ਨੂੰ ਅੱਗੇ ਕਰ ਦੇਣਾ, x ਨੂੰ ਪਿੱਛੇ ਕਰ ਦੇਣਾ। ਪਹਿਲਾਂ ਸਾਰੇ ਬੱਚੇ ਇੰਨਾ ਨੋਟ ਕਰ ਲਓ, ਉਸ ਤੋਂ ਬਾਅਦ ਫਿਰ ਮੈਂ ਨੈਕਸਟ ਜਿਹੜਾ ਹੈ ਨਾਲ ਹੀ ਅਸੀਂ ਅੱਗੇ ਕਰਾਂਗੇ, ਓਕੇ। 9 5 45, 13 7 ਕਿੰਨੇ ਹੋ ਗਏ, 91, ਓਕੇ। ਤੋ ਮਾਈਨਸ ਦੇ ਇਹ 45/91 ਆਉਣਗੇ। ਉਸ ਤੋਂ ਬਾਅਦ ਨਾਲ ਹੀ y ਨੂੰ x ਨਾਲ ਜੇ ਤੁਸੀਂ ਮਲਟੀਪਲਾਈ ਕਰੋ, ਯਾਨੀ ਕਿ ਲੈਫਟ ਹੈਂਡ ਸਾਈਡ ਦੇ ਵਿੱਚ ਹੁਣ y ਦੀ ਵੈਲਿਊ 9/13 ਤੁਸੀਂ ਪਹਿਲਾਂ ਲਿਖ ਦਿਓ, ਤੇ x ਦੀ ਵੈਲਿਊ ਮਾਈਨਸ ਦੇ 5/7 ਬਾਅਦ 'ਚ ਲਿਖ ਦਿਓ। ਦੋਨਾਂ ਨੂੰ ਮਲਟੀਪਲਾਈ ਕਰੋਗੇ ਤਾਂ ਵੀ ਤਾਂ ਬੱਚੋ ਕਿੰਨਾ ਆਂਸਰ ਆਏਗਾ, 45/91 ਆਏਗਾ। ਤੋ ਇਹਦੇ ਵਿੱਚ ਕੁਛ ਇਸ਼ੂ ਨਹੀਂ ਹੈਗਾ, ਸਿਰਫ ਮਲਟੀਪਲਾਈ ਕਰਨੇ ਹਨ, ਠੀਕ ਹੈ। ਤੋ x ਇੰਟੂ ਵਾਈ ਤੇ y ਇੰਟੂ x, ਤੁਸੀਂ ਦੇਖੋਗੇ ਆਂਸਰ ਤੁਹਾਨੂੰ ਬਰਾਬਰ ਹੀ ਮਿਲੇਗਾ। ਬਾਕੀ ਵੀ ਸਮ ਜਿਹੜੇ ਨੇ ਉਹ ਇੱਦਾਂ ਹੀ ਕਰਨੇ ਹਨ, ਠੀਕ ਹੈ। ਇੱਕ ਮੈਂ ਕਰਵਾ ਦਿੱਤਾ ਹੈ, ਇੱਦਾਂ ਦਾ ਹੀ ਸਮ ਅਸੀਂ ਇੱਕ ਹੋਰ ਕਰ ਲੈਂਦੇ ਹਾਂ। ਬਾਕੀ ਪਿਆਰੇ ਵਿਦਿਆਰਥੀਓ ਤੁਸੀਂ ਖੁਦ ਕਰਨੇ ਹਨ, ਕੋਈ ਜ਼ਿਆਦਾ ਡਿਫੀਕਲਟ ਕੰਮ ਨਹੀਂ ਹੈ, ਠੀਕ ਹੈ। ਲੈਫਟ ਹੈਂਡ ਸਾਈਡ x ਇੰਟੂ ਵਾਈ, x ਇੰਟੂ ਵਾਈ ਸੈਕਿੰਡ ਸਮ, ਠੀਕ ਹੈ। ਸੈਕਿੰਡ ਵਾਲਾ ਪਾਰਟ ਜਿਹੜਾ ਹੈ ਇਹਦਾ, ਉਹਦੇ ਵਿੱਚ x ਦਾ ਮੁੱਲ 3/10 ਹੈ ਔਰ y ਦਾ ਮੁੱਲ ਮਾਈਨਸ ਦੇ 15/8 ਹਨ, ਠੀਕ ਹੈ। ਤੋ ਇਹਨਾਂ ਦੇ ਕਾਮਨ ਕੋਈ ਮਲਟੀਪਲ ਹੈ ਨਹੀਂ, 15 ਤੇ 45, ਠੀਕ ਹੈ। ਇੱਕ ਮਿੰਟ, ਇਹਦੇ ਵਿੱਚ ਹਾਂ ਇਹਦੇ ਕਾਮਨ ਮਲਟੀ, 5 ਤੀਏ 10, 5 ਦੂਣੀ 10, ਠੀਕ ਹੈ। ਤੋ 5 ਤੀਏ 15 ਸੌਰੀ, ਤੇ 5 ਦੂਣੀ ਕਿੰਨੇ ਹੋ ਗਏ, 10 ਹੋ ਗਏ। ਤੋ 3 ਤੀਏ ਕਿੰਨਾ ਆ ਗਿਆ, 9, 9/16 ਵਿਦ ਨੈਗੇਟਿਵ ਸਾਈਨ, ਤੋ ਮਾਈਨਸ 9/16 ਆਏਗਾ। ਰਾਈਟ ਹੈਂਡ ਸਾਈਡ ਤੇ ਹੀ ਵਿੱਚੋਂ y ਇੰਟੂ x ਆਏਗਾ। y ਦੀ ਵੈਲਿਊ ਤੁਸੀਂ ਪਹਿਲਾਂ ਪੁੱਟ ਕਰ ਦੇਣੀ ਹੈ, ਹੁਣ ਇਹ ਕਿੰਨੀ ਹੈ, -15/8, ਤੇ x ਦੀ ਵੈਲਿਊ ਕਿੰਨੀ ਹੈ, x ਦੀ ਵੈਲਿਊ 3/10 ਹੋਏਗੀ, ਠੀਕ ਹੈ। ਸਿਮਿਲਰ ਵੇ ਨਾਲ ਵਿੱਚੋਂ ਇੱਥੇ 5 ਤੀਏ 15 ਤੇ 5 ਦੂਣੀ 10, ਇਹ ਕਿੰਨਾ ਆ ਗਿਆ, 3 ਤੀਏ 9/16, ਠੀਕ ਹੈ। ਤਾਂ ਸੱਜਾ ਪਾਸਾ ਖੱਬੇ ਪਾਸੇ ਦੇ ਕੀ ਆ ਰਿਹਾ, ਬਰਾਬਰ ਆ ਰਿਹਾ। ਇਟ ਮੀਨਸ ਜਿਹੜਾ ਕਰਮ ਵਟਾਂਦਰਾ ਗੁਣ ਹੈ ਘਟਾਓ ਦੇ ਲਈ ਕੀ ਹੁੰਦਾ ਹੈ, ਉਹਦੇ ਅੰਤਰਗਤ ਇਹ ਬੰਦ ਹੁੰਦਾ ਹੈ, ਠੀਕ ਹੈ। ਸੈਕਿੰਡ ਸਮ ਬਹੁਤ ਈਜ਼ੀ ਹਨ, ਅਗਲਾ ਵੀ ਵਿੱਚੋਂ ਦੋਨੋਂ ਕੁਐਸਚਨ ਦੇ ਵਿੱਚ ਵੈਲਿਡ ਆਏਗਾ। ਜਸਟ ਮਲਟੀਪਲਾਈ ਕਰਨਾ ਹੈ, ਮਲਟੀਪਲੀਕੇਸ਼ਨ ਧਿਆਨ ਨਾਲ ਕਰਨੀ ਹੈ, ਠੀਕ ਹੈ। ਓਕੇ, ਜਿੱਦਾਂ ਕਿ -7/8 ਹੈ, ਇੱਧਰੋਂ ਮਾਈਨਸ ਦੇ 4/9 ਹਨ, ਤਾਂ ਇਹਦੇ ਵਿੱਚ ਜ਼ਿਆਦਾ ਕੋਈ ਇਸ਼ੂ ਹੈ ਨਹੀਂ। 4 ਦੂਣੀ 8, ਠੀਕ ਹੈ, ਇਹਨੂੰ ਕੱਟ ਦਿਓ। ਉਸ ਤੋਂ ਬਾਅਦ ਮਾਈਨਸ ਮਾਈਨਸ ਕੱਟ ਗਿਆ ਤਾਂ 7 ਕਿੰਨਾ ਆ ਗਿਆ ਜੀ, 18 ਆ ਰਿਹਾ। ਇਹਦੇ ਵਿੱਚੋਂ ਦੂਜੇ ਪਾਸੇ ਵੀ ਇਹਨੂੰ ਹੁਣ ਅੱਗੇ ਲਿਖ ਦਿਓ, ਇਹਨੂੰ ਪਿੱਛੇ ਲਿਖ ਦਿਓ, ਤਾਂ ਉਹ ਵੀ ਕਿੰਨੇ 7/18 ਹੀ ਆਉਣਗੇ, ਠੀਕ ਹੈ। ਨੈਕਸਟ ਜਿਹੜਾ ਫੋਰਥ ਸਮ ਹੈਗਾ, ਉਹਦੇ ਵਿੱਚ 5 ਗੁਣਾ ਮਾਈਨਸ ਦੇ 9/10 ਹਨ, ਠੀਕ ਹੈ। ਤੋ ਇਹਦੇ ਵਿੱਚ ਕੀ ਕੀਤਾ, 5 ਦੂਣੀ 10 ਮਾਈਨਸ ਦੇ 9/2 ਆਊਗਾ। ਹੁਣ 9 ਨੂੰ ਅੱਗੇ ਲਿਖ ਦੇਣਾ ਤੇ 5 ਨੂੰ ਪਿੱਛੇ ਲਿਖ ਦਿਓ, ਤਾਂ ਵੀ ਜਦੋਂ ਮਲਟੀਪਲਾਈ ਕਰੋਗੇ ਤਾਂ -9/2 ਆਏਗਾ। ਤੋ ਇਹ ਜਿਹੜਾ ਜੋੜ ਘਟਾਓ ਸੋਰੀ ਗੁਣਾਂ ਦੇ ਲਈ ਕਰਮ ਵਟਾਂਦਰਾ ਗੁਣ ਯਾਨੀ ਕਿ ਕੋਮੂਟੇਟਿਵ ਲਾਅ ਜਿਹੜਾ ਹੈ ਉਹ ਓਬੇ ਹੁੰਦਾ ਹੈ, ਠੀਕ ਹੈ। ਤੋ ਇਹ ਵਿੱਚੋਂ ਸਮ ਸੀਗਾ। ਉਸ ਤੋਂ ਬਾਅਦ ਹੁਣ ਨੈਕਸਟ ਸਮ ਅਸੀਂ ਕਰਾਂਗੇ। ਸੋ ਡੀਅਰ ਸਟੂਡੈਂਟਸ, ਸਾਡਾ ਹੁਣ ਥਰਡ ਸਮ ਜਿਹੜਾ ਹੈ ਇਸ ਐਕਸਰਸਾਈਜ਼ ਦਾ, ਉਹ ਅਸੀਂ ਕਰਨ ਜਾ ਰਹੇ ਹਾਂ। ਇਹ ਵਿੱਚੋਂ ਹੈ ਗੁਣਾਂ ਦੇ ਲਈ ਸਹਿਚਾਰਤਾ ਗੁਣ ਦੀ ਪਰਖ ਕਰਨੀ। ਤੇ ਵਿਦਿਆਰਥੀਓ, ਸਹਿਚਾਰਤਾ ਗੁਣ ਅਸੀਂ ਪੜ੍ਹਿਆ ਸੀ ਜਦੋਂ ਜੋੜ ਦੇ ਲਈ, ਠੀਕ ਹੈ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਜੇਕਰ ਅਸੀਂ ਇਹਦੇ ਵਿੱਚ 3 ਰਕਮਾਂ ਹੁੰਦੀਆਂ ਹਨ। ਪਹਿਲੀ ਗੱਲ ਇਹ ਆ, ਠੀਕ ਹੈ। ਤੋ ਅਗਰ ਅਸੀਂ x ਨੂੰ y ਦੇ ਵਿੱਚ ਜੋੜ ਦਈਏ ਤੇ z ਵਿੱਚ ਜੋੜੀਏ, ਤੇ ਜਾਂ ਫਿਰ y ਤੇ z ਵਿੱਚ ਜੋੜਦੇ ਹਾਂ ਤੇ x ਵਿੱਚ ਜੋੜੀਏ, ਤਾਂ ਆਂਸਰ ਬਰਾਬਰ ਆਉਂਦਾ ਹੈ। ਸਿਮਿਲਰਲੀ ਬੱਚੋ, ਅਸੀਂ ਘਟਾਓ ਦੇ ਲਈ ਸਹਿਚਾਰਤਾ ਗੁਣ ਪੜ੍ਹਿਆ ਸੀ, ਜੋ ਕਿ ਤੁਹਾਨੂੰ ਪਤਾ ਹੈ ਬਰਾਬਰ ਹੈ ਨਹੀਂ ਆਉਂਦਾ ਸੀ ਆਂਸਰ, ਇਸ ਕਰਕੇ ਘਟਾਓ ਦੇ ਲਈ ਸਹਿਚਾਰਤਾ ਗੁਣ ਜਿਹੜਾ ਹੈ ਉਹ ਉਹਦੇ ਅੰਤਰਗਤ ਬੰਦ ਨਹੀਂ ਹੁੰਦਾ ਹੈ। ਹੁਣ ਅਸੀਂ ਕਰਨ ਜਾ ਰਹੇ ਹਾਂ ਬੱਚੋ ਮਲਟੀਪਲੀਕੇਸ਼ਨ ਦੇ ਲਈ।
यानी कि गुणा ਦੇ ਲਈ ਸਹਿਚਾਰਤਾ ਗੁਣ ਦੀ ਪਰਖ ਤੇ ਵਿਦਿਆਰਥੀਓ ਇੱਥੇ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ y ਤੇ z ਦਾ ਮੁੱਲ ਜਿਹੜਾ ਹੈ ਉਹ ਕੱਢ ਲਓਗੇ ਜਿੱਦਾਂ ਤੁਹਾਨੂੰ ਸਾਹਮਣੇ ਵਿੱਚ ਦਿੱਤਾ ਹੋਇਆ ਠੀਕ ਹੈ ਜੋ ਜਿੱਦਾਂ ਲਿਖਿਆ ਹੈ ਉਦਾਂ ਹੀ ਲਿਖਣਾ ਹੈਗਾ ਤੋ ਇਹਦੇ ਵਿੱਚ 12/5 y ਦਾ ਮੁੱਲ ਹੈ ਔਰ z ਦਾ ਮੁੱਲ ਜਿਹੜਾ ਹੈ ਉਹ ਵਿੱਚੋਂ ਹੈ ਇੱਥੇ ਮਾਈਨਸ ਦੇ 2/9 ਠੀਕ ਹੈ ਤੋ ਇਹਦੇ ਵਿੱਚ 4 ਤੀਏ 12 ਸਭ ਤੋਂ ਪਹਿਲਾਂ ਇਹ ਕੱਟ ਹੁੰਦੇ ਨੇ 3 ਤੀਏ 9 ਓਕੇ ਬਾਕੀ ਇਹ ਕਿਤੇ ਕੱਟ ਨਹੀਂ ਜਾਣਾ ਤੋ -8/15 ਜਿਹੜਾ ਆ ਉਹ ਇਹਦੀ ਵੈਲਿਊ ਆਊਗੀ ਹੁਣ ਅਸੀਂ ਇੱਥੇ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਲਿਖ ਲੈਣੀ ਹੈ ਜਿਹਦੇ ਵਿੱਚ ਅਸੀਂ x ਦੀ ਵੈਲਿਊ ਜੋ ਕਿ ਇਕੁਏਸ਼ਨ ਦੇ ਅਕੋਰਡਿੰਗਲੀ x ਇੰਟੂ ਵਾਈ ਇੰਟੂ ਜ਼ੈਡ ਦੇ ਬਰਾਬਰ ਹੈ ਤੇ ਵਿੱਚੋਂ x ਦੀ ਵੈਲਿਊ ਜਿਹੜੀ ਹੈ ਉਹ -7/6 ਦਿੱਤੀ ਹੋਈ ਹੈ ਤੁਹਾਨੂੰ ਠੀਕ ਹੈ ਐਂਡ ਜਿਹੜਾ y ਇੰਟੂ ਜ਼ੈਡ ਤੁਸੀਂ ਉੱਪਰ ਵੈਲਿਊ ਕੱਢ ਚੁੱਕੇ ਹੋ ਇਹਦਾ ਆਨਸਰ ਕਿੰਨਾ ਆਇਆ ਹੈ ਇਹਦੀ ਵੈਲਿਊ ਆਈ ਹੈ ਵਿੱਚੋਂ ਤੁਹਾਨੂੰ -8/15 ਠੀਕ ਹੈ ਤੋ ਇੱਥੇ ਕੀ ਹੈ 3 ਦੂਣੀ 6 4 ਦੂਣੀ 8 ਮਾਈਨਸ ਨਾ ਮਾਈਨਸ ਤੁਸੀਂ ਕੱਢ ਦੇਣਾ ਹੈ 7 ਚੌਕਾ 28 28 ਬਟਾ ਕਿੰਨੇ ਆ ਗਏ 45 ਠੀਕ ਹੈ 28 ਬਟਾ ਕਿੰਨੇ ਆ ਗਏ ਜੀ 45 ਓਕੇ ਤੋ 15 ਦੇ ਕਿੰਨੇ ਹੁੰਦੇ 45 7 ਚੌਕਾ ਕਿੰਨੇ ਹੋ ਗਏ 28 ਹੋ ਗਏ ਠੀਕ ਹੈ ਤੋ 28 ਬਟਾ 45 ਜਿਹੜਾ ਹੈ ਇਹਦੀ ਵੈਲਿਊ ਆਊਗੀ ਲੈਫਟ ਹੈਂਡ ਸਾਈਡ ਦੇ ਵਿੱਚ ਹੁਣ ਤੁਸੀਂ ਕੀ ਕਰਨਾ ਹੈ ਹੁਣ ਪਹਿਲਾਂ x ਤੇ y ਦਾ ਮੁੱਲ ਕੱਢੋ x ਤੇ y ਦਾ ਮੁੱਲ ਜਿਹੜਾ x ਦੀ ਵੈਲਿਊ ਕਿੰਨੀ ਸੀ -7/6 ਔਰ y ਦਾ ਮੁੱਲ ਜਿਹੜਾ ਹੈ ਉਹ ਹੈਗਾ ਵਿੱਚੋਂ 12/15 12/5 ਸੌਰੀ ਠੀਕ ਹੈ ਤੋ ਇਹ 6 ਦੂਣੀ 12 ਪਹਿਲਾਂ ਤੇ 2 ਤੇ ਕੱਟ ਗਿਆ ਠੀਕ ਹੈ ਉਸ ਤੋਂ ਬਾਅਦ ਯਾਨੀ ਕਿ ਇਹਦਾ ਆਨਸਰ ਆਇਆ ਮਾਈਨਸ ਦੇ 14/5 ਠੀਕ ਹੈ ਮਾਈਨਸ ਦੇ 14/5 ਹੁਣ ਤੁਸੀਂ ਲਿਖੋਗੇ ਰਾਈਟ ਹੈਂਡ ਸਾਈਡ ਜੋ ਕਿ ਕਿਹਦੇ ਬਰਾਬਰ ਹੈ ਦੇਖੋ x ਇੰਟੂ ਵਾਈ ਇੰਟੂ ਜ਼ੈਡ ਠੀਕ ਹੈ ਤੋ x ਇੰਟੂ ਵਾਈ ਠੀਕ ਹੈ x ਇੰਟੂ ਵਾਈ ਇੰਟੂ ਜ਼ੈਡ ਮਤਲਬ ਕਿ x ਇੰਟੂ ਵਾਈ ਦਾ ਮੁੱਲ ਜਿਹੜਾ ਕੱਢਿਆ ਹੈ ਉਹ ਮਾਈਨਸ ਦੇ 14/5 ਹਨ ਤੇ z ਦਾ ਮੁੱਲ ਜਿਹੜਾ ਹੈ ਉਹ ਹੈਗਾ -2/9 ਮਾਈਨਸ ਨਾ ਮਾਈਨਸ ਇੱਥੇ ਕੱਢ ਦੂੰਗੇ ਓਕੇ ਬਾਕੀ 14 ਦੂਣਾ 28 9 5 ਕਿੰਨੇ ਹੋ ਗਏ 45 ਤੇ ਤੁਸੀਂ ਦੇਖ ਸਕਦੇ ਹੋ ਸੱਜਾ ਪਾਸਾ ਖੱਬੇ ਪਾਸੇ ਦੇ ਬਰਾਬਰ ਆ ਰਿਹਾ ਇਹਦਾ ਮਤਲਬ ਗੁਣਾ ਦੇ ਅੰਤਰਗਤ ਸਹਿਚਾਰਤਾ ਗੁਣ ਜਿਹੜਾ ਹੈ ਉਹਦੇ ਅੰਤਰਗਤ ਕੀ ਹੁੰਦਾ ਹੈ ਬੰਦ ਹੁੰਦਾ ਹੈ ਤੋ ਇਹ ਵੈਲਿਡ ਹੈਗਾ ਠੀਕ ਹੈ ਤੋ ਫਸਟ ਸਮ ਜਿਹੜਾ ਹੈ ਉਹ ਅਸੀਂ ਕਰ ਲਿਆ ਇੱਦਾਂ ਹੀ ਸੈਕਿੰਡ ਥਰਡ ਤੇ ਫੋਰਥ ਜਿਹੜਾ ਹੈ ਇਹ ਸਮ ਇਸੇ ਹੀ ਐਕਸਰਸਾਈਜ਼ ਦੇ ਇੱਦਾਂ ਹੀ ਕਰਨੇ ਹਨ ਕੋਈ ਡਿਫਿਕਲਟ ਕੰਮ ਨਹੀਂ ਹੈ ਬਸ ਤੁਸੀਂ ਜਿੱਦਾਂ ਤੁਹਾਨੂੰ ਕਿਹਾ ਹੈ ਉਦਾਂ ਹੀ ਕਰਨੀ ਹੈ ਠੀਕ ਹੈ ਜਿੱਦਾਂ ਜਿੱਦਾਂ ਮਤਲਬ ਕਿ ਆਰਡਰ ਲਿਖਿਆ ਹੈ ਜੋ ਜੋ ਇਹਦੇ ਵਿੱਚ ਸਟੈਪ ਹਨ ਉਹੀ ਯੂਜ਼ ਕਰਨੇ ਹਨ ਤੇ ਸਮ ਜਿਹੜਾ ਆਰਾਮ ਨਾਲ ਹੋ ਜਾਏਗਾ ਠੀਕ ਹੈ ਸੈਕਿੰਡ ਦੇ ਲਈ ਵੀ ਇਹ ਵੈਲਿਡ ਹੋਏਗਾ ਥਰਡ ਦੇ ਲਈ ਵੀ ਇਹ ਵੈਲਿਡ ਹੋਏਗਾ ਔਰ ਫੋਰਥ ਦੇ ਲਈ ਵੀ ਵੈਲਿਡ ਹੋਏਗਾ ਇੱਕ ਸਮ ਮੈਂ ਹੋਰ ਕਰਵਾ ਦੇਣਾ ਬਾਕੀ ਤੁਸੀਂ ਖੁਦ ਕਰਨੇ ਹਨ ਸੋ ਡੀਅਰ ਸਟੂਡੈਂਟਸ ਸਾਡਾ ਨੈਕਸਟ ਸਮ ਇਹਦੇ ਨਾਲ ਹੀ ਰਿਲੇਟਡ ਹੈ ਠੀਕ ਹੈ ਸੋ ਇਹਦੇ ਵਿੱਚ ਸੈਕਿੰਡ ਪਾਰਟ ਜਿਹੜਾ ਹੈ ਉਹ ਅਸੀਂ ਕਰਾਂਗੇ ਜਿਸ ਵਿੱਚ ਸਭ ਤੋਂ ਪਹਿਲਾਂ ਅਸੀਂ y ਦੀ z ਨਾਲ ਗੁਣਾ ਕਰਾਂਗੇ ਜੋ ਕਿ ਬ੍ਰੈਕਟ ਵਿੱਚ ਲਿਖਿਆ ਹੈ ਓਕੇ ਸੋ ਜਿੱਦਾਂ ਬੱਚੇ ਤੁਹਾਨੂੰ ਗਿਵਨ ਹੈ ਉਦਾਂ ਹੀ ਕਰਨਾ ਹੈ ਆਪਣੇ ਕੋਲੋਂ ਕੁਝ ਨਵੀਂ ਚੀਜ਼ ਨਹੀਂ ਕਰਨੀ ਹੁੰਦੀ ਠੀਕ ਹੈ ਸੋ -5/8 -5/8 ਇਹਦੀ ਮਲਟੀਪਲੀਕੇਸ਼ਨ ਕਰਨੀ z ਦੇ ਨਾਲ z ਦੀ ਵੈਲਿਊ ਕਿੰਨੀ ਹੈ -3/5 ਠੀਕ ਹੈ तो ਪਹਿਲਾਂ ਤੇ ਮਾਈਨਸ ਨਾਲ ਮਾਈਨਸ ਕੈਂਸਲ ਕਰ ਦਿਓ ਇਹ 5 ਨਾਲ 5 ਕੈਂਸਲ ਹੋ ਗਏ ਇਹਦਾ ਮਤਲਬ 3/8 ਇੱਥੇ ਸਾਡੇ ਕੋਲ ਪ੍ਰਾਪਤ ਹੋਇਆ ਹੁਣ ਤੁਸੀਂ ਲਿਖੋਗੇ ਲੈਫਟ ਹੈਂਡ ਸਾਈਡ ਜੋ ਕਿਹਦੇ ਬਰਾਬਰ ਹੈ x ਇੰਟੂ ਵਾਈ ਇੰਟੂ ਜ਼ੈਡ ਤੋ ਇਹਦੇ ਵਿੱਚ ਹੁਣ x ਦੀ ਵੈਲਿਊ ਪੁੱਟ ਕਰ ਦਿਓ ਜੋ ਕਿ -1/2 ਹੈ ਠੀਕ ਹੈ 1 ਸੈਕਿੰਡ ਇੱਥੇ ਕਿੰਨਾ ਹੈ ਮਾਈਨਸ ਦੇ 1/2 ਸੌਰੀ ਜਮਾ ਦੇ 1/2 1/2 ਨੂੰ ਮਲਟੀਪਲਾਈ ਕੀਤਾ 3/8 ਨਾਲ ਜੋ ਕਿ y ਇੰਟੂ ਜ਼ੈਡ ਦੀ ਵੈਲਿਊ ਹੈ ਉੱਪਰੋਂ ਪੁੱਟ ਕਰਤੀ 3 ਏਕਮ 3 ਅੱਠੂ ਦੂਣੀ ਕਿੰਨੇ ਹੋ ਗਏ 16 ਤੋ ਇਹ ਆਨਸਰ ਆਇਆ ਉਸ ਤੋਂ ਬਾਅਦ ਹੁਣ x ਦੀ y ਨਾਲ ਮਲਟੀਪਲੀਕੇਸ਼ਨ ਕਰੋਗੇ x ਦਾ ਮੁੱਲ ਕਿੰਨਾ ਹੈ 1/2 ਜਮਾ ਦੇ ਉਸ ਤੋਂ ਬਾਅਦ ਨਾਲ y ਦਾ ਮੁੱਲ ਹੈ ਮਾਈਨਸ ਦੇ 5/8 ਠੀਕ ਹੈ ਤੋ ਇਹ ਆ ਗਿਆ ਮਾਈਨਸ ਦੇ 5/16 ਜੀ ਸਿੱਧਾ ਹੀ ਮਲਟੀਪਲੀਕੇਸ਼ਨ ਆ ਗਈ 1 into 5 5 2 into 8 16 now what we will do here x into y into z x into y कितना आ गया -5/16 z कितना है z ਦੀ ਵੈਲਿਊ ਹੈ -3/5 ਠੀਕ ਹੈ ਅਗੇਨ ਇਹਦੇ ਵਿੱਚੋਂ 5 ਨਾਲ 5 ਕੈਂਸਲ ਹੋ ਜਾਣੇ ਓਕੇ ਐਂਡ ਮਾਈਨਸ ਨਾਲ ਮਾਈਨਸ ਕੈਂਸਲ ਹੋ ਜਾਣੇ ਆ ਉਹਦਾ ਮਤਲਬ ਇਹ 3/16 ਆ ਗਿਆ ਇੱਥੇ ਵੀ 3/16 ਹੈ ਇੱਥੇ ਵੀ 3/16 ਹੈ ਦੋਨੋਂ ਬਰਾਬਰ ਆ ਗਏ ਇਟ ਮੀਨਸ ਸੱਜਾ ਪਾਸਾ ਜਿਹੜਾ ਹੈ ਉਹ ਖੱਬੇ ਪਾਸੇ ਦੇ ਬਰਾਬਰ ਹੋ ਗਿਆ ਹੈ ਠੀਕ ਹੈ ਖੱਬਾ ਪਾਸਾ ਯਾਨੀ ਕਿ ਲੈਫਟ ਹੈਂਡ ਸਾਈਡ and is equal to right hand side लास्ट ਵਿੱਚ ਤੁਸੀਂ ਲਿਖ ਦੇਣਾ ਹੈ ਲਿਖ ਦੋ ਸੱਜਾ ਪਾਸਾ ਠੀਕ ਹੈ ਇਹ ਨੀਚੇ ਲਿਖਣਾ ਹੈ ਇੱਥੇ ਔਰ ਲਾਸਟ ਵਿੱਚ ਤੁਸੀਂ ਲਿਖ ਦੇਣਾ x into y into z equal to x into y into z okay so this is the way how to do this sum third sum ਤੇ fourth sum ਹੁਣ
ਆਪ ਕਰਨਾ ਹੈਗਾ। ਇਹ ਤੁਹਾਡੇ ਤੇ ਹੈ ਬੱਚੋ, ਠੀਕ ਹੈ, ਤੁਹਾਡਾ ਹੋਮਵਰਕ ਹੈਗਾ, ਇਹਨੂੰ ਤੁਸੀਂ ਕਰਨਾ ਹੈ। ਅਗਲਾ ਅਸੀਂ ਹੁਣ ਸਮ ਕਰਨ ਜਾ ਰਹੇ ਹਾਂ ਕੁਐਸਚਨ ਨੰਬਰ 4th, ਵੈਰੀ ਇੰਪੋਰਟੈਂਟ, ਠੀਕ ਹੈ। ਇਹਨੂੰ ਫਟਾਫਟ ਤੁਸੀਂ ਕਾਪੀ ਬੁੱਕ ਦੇ ਉੱਪਰ ਹੀ ਕਰ ਲਓ, ਫਿਰ ਉਸ ਤੋਂ ਬਾਅਦ ਇਹਨੂੰ ਫੇਰ ਕਾਪੀ ਤੇ ਕਰ ਲਈਓ, ਠੀਕ ਹੈ। ਤੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਬਾਰੇ ਬੱਚੋ ਸਾਰੇ ਬੱਚਿਆਂ ਨੂੰ ਪਤਾ ਹੋਵੇ। ਇਹ ਪੇਪਰ ਦੇ ਵਿੱਚ 100% ਸ਼ੋਰ ਹੈ, 100% ਸਮਝਦੇ ਨਾ, 100% ਕੇ ਪੇਪਰ 'ਚ ਆਉਣਾ ਹੀ ਆਉਣਾ ਹੈ, ਠੀਕ ਹੈ। ਗੁਣਾਤਮਕ ਉਲਟ ਤੁਹਾਨੂੰ ਦੱਸਿਆ ਸੀ ਕਿ ਕਿਸੇ ਨੰਬਰ ਨੂੰ ਤੁਸੀਂ ਕਿੰਨੇ ਨਾਲ ਮਲਟੀਪਲਾਈ ਕਰਦੇ ਹੋ। ਇੱਥੇ ਤੁਹਾਡੇ ਕੋਲ ਕੀ ਹੈ, ਇੱਕ ਰੈਸ਼ਨਲ ਨੰਬਰ ਹੈ a/b, ਉਹਨੂੰ ਤੁਸੀਂ ਕਿੰਨੇ ਨਾਲ ਮਲਟੀਪਲਾਈ ਕਰਦੇ ਹੋ। ਮੰਨ ਲਓ x ਨਾਲ ਮਲਟੀਪਲਾਈ ਕਰਦੇ ਹੋ ਤਾਂ ਕਿ ਤੁਹਾਨੂੰ ਆਂਸਰ ਜਿਹੜਾ ਹੈ ਉਹ ਗੁਣਾਤਮਕ ਤਤਸਮਕ ਆ ਗਏ, ਯਾਨੀ ਕਿ 1 ਦੇ ਬਰਾਬਰ ਆਵੇ। ਤੋ ਇੱਥੋਂ x ਦਾ ਮੁੱਲ ਕਿੰਨਾ ਆ ਗਿਆ, b/a, b/a, ਯਾਨੀ ਕਿ ਜੁੜਾਤਮਕ ਉਲਟ ਵਿੱਚ ਕੀ ਸੀਗਾ, ਸਾਈਨ ਚੇਂਜ ਕਰਦੇ ਸੀ, ਸਾਈਨ ਚੇਂਜ ਕਰਦੇ ਸੀ ਅਸੀਂ, ਵੈਲਿਊ ਉਹੀ ਰਹਿੰਦੀ ਸੀ ਜੁੜਾਤਮਕ ਉਲਟ 'ਚ। ਇੱਥੇ ਸਾਈਨ ਜਿਹੜਾ ਹੈ ਉਹੀ ਰਹਿਣਾ ਹੈ, ਠੀਕ ਹੈ, ਸਾਈਨ ਨੋਟ ਚੇਂਜ, ਸਾਈਨ ਹੀ ਚੇਂਜ ਕਰੇਗਾ। ਸਿਰਫ ਜਿਹੜੀ ਉੱਪਰ ਵੈਲਿਊ ਲਿਖੀ ਹੈ ਉਹਨੂੰ ਤੁਸੀਂ ਨੀਚੇ ਲਿਖ ਦੇਣਾ ਹੈ, ਔਰ ਨੀਚੇ ਵਾਲੀ ਨੂੰ ਉੱਪਰ ਲਿਖ ਦੇਣਾ ਹੈ, ਇੰਨਾ ਕੰਮ ਕਰਨਾ ਹੈ ਇਹਦੇ ਵਿੱਚ, ਠੀਕ ਹੈ। ਥੱਲੇ ਵਾਲੀ ਵੈਲਿਊ ਉੱਪਰ, ਉੱਪਰ ਵਾਲੀ ਥੱਲੇ ਵੈਲਿਊ, ਠੀਕ ਹੈ। ਤੋ ਇਹ ਗੁਣਾਤਮਕ ਉਲਟ ਇਦਾਂ ਨਿਕਲਣਾ ਹੈ। ਤੋ ਪਹਿਲਾ ਸਮ ਜਿਹੜਾ ਹੈ ਉਹਦੇ ਵਿੱਚ ਕੀ ਹੈ, ਦੇਖੋ ਤੁਹਾਨੂੰ ਪੁੱਛਿਆ ਹੈ -2 ਦਾ ਗੁਣਾਤਮਕ ਉਲਟ। ਗੁਣਾਤਮਕ ਉਲਟ ਦਾ ਮਤਲਬ ਹੁੰਦਾ ਹੈ ਮਲਟੀਪਲੀਕੇਟਿਵ ਇਨਵਰਸ। ਤੋ -2/1 ਨੂੰ ਪਹਿਲਾਂ ਤੇ ਤੁਸੀਂ 2/2 ਨੂੰ ਸਿੱਧਾ ਤੁਸੀਂ ਇਦਾਂ ਲਿਖੋ, -2/1, ਠੀਕ ਹੈ, ਪਹਿਲਾਂ ਹੀ ਲਿਖਣਾ ਪੈਣਾ ਤੁਹਾਨੂੰ। ਤੋ ਇਹਦੇ ਵਿੱਚ ਕੀ ਹੋਇਆ, ਇਹਦਾ ਗੁਣਾਤਮਕ ਉਲਟ ਮਾਈਨਸ ਸਾਈਨ, ਸਾਈਨ ਚੇਂਜ ਨਹੀਂ ਕਰਨਾ ਹੈ, ਸਾਈਨ ਵਿਲ ਨਾਟ ਚੇਂਜ ਇਨ ਕੇਸ ਆਫ ਮਲਟੀਪਲੀਕੇਟਿਵ ਇਨਵਰਸ, ਇੱਥੇ ਸਾਈਨ ਚੇਂਜ ਨਹੀਂ ਹੁੰਦਾ ਹੈ। ਤੇ ਥੱਲੇ ਵਾਲੀ ਵੈਲਿਊ ਉੱਪਰ ਔਰ ਉੱਪਰ ਵਾਲੀ ਨੀਚੇ ਆ ਜਾਣੀ, ਤਾਂ ਆਂਸਰ ਆਏਗਾ -1/2, ਠੀਕ ਹੈ। ਮੈਨੂੰ ਨਹੀਂ ਲੱਗਦਾ ਹੁਣ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਊਗੀ, ਸਾਰੇ ਬੱਚੇ ਆਰਾਮ ਨਾਲ ਕਰ ਸਕਦੇ। ਅਗਲਾ ਸਮ ਦੇਖੋ, ਅਗਲੇ ਦਾ ਕੀ ਆ ਜਾਣਾ ਫਿਰ, -8/5, ਠੀਕ ਹੈ। ਇਸ ਤੋਂ ਬਾਅਦ ਇਹਦਾ ਗੁਣਾਤਮਕ ਉਲਟ ਕੀ ਆਏਗਾ, -9/7, ਇਹਦਾ ਕਿੰਨਾ ਆ ਜਾਏਗਾ, 4/3 ਮਾਈਨਸ ਦੇ। ਉਸ ਤੋਂ ਬਾਅਦ ਇਹਨੂੰ ਸੋਲਵ ਕਰਨਾ ਹੈ, ਇਹਨੂੰ ਸੋਲਵ ਕਰਨ ਦਾ ਤਰੀਕਾ 5 ਤੀਏ 15 ਆ ਗਏ, ਠੀਕ ਹੈ। ਤੋ ਇਹਦਾ ਮਤਲਬ ਇਹ 2/35 ਆ ਗਿਆ ਜੀ, ਮਾਈਨਸ ਦੇ, ਠੀਕ ਹੈ, 2/35 ਆ ਗਿਆ, ਤੇ ਲੈ ਲਓ 2/35 ਕਾਹਦੇ, ਮਾਈਨਸ ਦੇ। ਤੋ ਇਹਦਾ ਵਿੱਚੋਂ ਆਂਸਰ ਆ ਜਾਣਾ ਫਿਰ 35/2 ਵਿਦ ਨੈਗੇਟਿਵ ਸਾਈਨ, ਠੀਕ ਹੈ। ਸਾਈਨ ਵਿਲ ਨਾਟ ਚੇਂਜ, ਸਾਈਨ ਨਹੀਂ ਚੇਂਜ ਕਰਨਾ। ਆਹ ਮਾਈਨਸ ਨਾਲ ਮਾਈਨਸ ਇੱਥੇ ਕੱਟ ਦਿਓ, 3 ਤੀਏ 9, ਠੀਕ ਹੈ। ਉਸ ਤੋਂ ਬਾਅਦ ਇੱਥੇ ਕੀ ਆ ਗਿਆ, 3 ਤੀਏ 9, ਇੱਥੇ 4 ਦੂਣੀ 8, 4 ਤੀਏ 12, ਯਾਨੀ ਕਿ ਉੱਪਰ ਰਹਿ ਗਿਆ 3, ਥੱਲੇ ਆ ਗਿਆ ਥੱਲੇ ਕਿੰਨਾ ਆ ਗਿਆ ਜੀ, ਇਹਨੂੰ ਇੱਕ ਵਾਰ ਫੇਰ ਕੱਟ ਦਿਓ, ਦੇਖੋ 1 ਮਿੰਟ ਆਪਾਂ ਥੱਲੇ ਕਰ ਦਿੰਦੇ ਤਾਂ ਕਿ ਤੁਸੀਂ ਇਹਦੇ ਵਿੱਚ ਕਨਫਿਊਜ਼ ਨਾ ਹੋ ਜਾਓ। ਕੁਐਸਚਨ ਨੰਬਰ 6 ਅਸੀਂ ਇੱਥੇ ਕਰ ਦਿੰਦੇ -3/8 ਗੁਣਾ ਮਾਈਨਸ ਦੇ 12/9, ਮਾਈਨਸ ਨਾਲ ਮਾਈਨਸ ਪਹਿਲਾਂ ਕੱਟ ਦਿਓ, ਠੀਕ ਹੈ। 3 ਤੀਏ 9 ਜੀ, 4 ਦੂਣੀ 8, 4 ਤੀਏ 12, ਠੀਕ ਹੈ, 4 ਤੀਏ 12, ਯਾਨੀ ਕਿ 4 ਤੀਏ 12, 3 ਉੱਪਰ ਆ ਗਿਆ, ਹੁਣ 3 ਨਾਲ 3 ਕੱਟ ਦਿਓ, ਮਤਲਬ ਇੱਧਰ ਕੁਛ ਨਹੀਂ ਬਚਿਆ, ਸਿਰਫ ਰਕਮ ਕੀ ਬਚੀ ਆ, 3 ਏਕਮ 3, ਇੱਥੇ ਇਹ ਬਚੀ ਹੈ ਤੁਹਾਡੇ ਕੋਲ 1/2, ਔਰ 1/2 ਦਾ ਗੁਣਾਤਮਕ ਉਲਟ ਕੀ ਹੋਏਗਾ, 2/1, ਯਾਨੀ ਕਿ 2 ਦੇ ਬਰਾਬਰ। ਤੋਂ ਇਹਦਾ ਆਂਸਰ ਜਿਹੜਾ ਹੈ ਉਹ ਸਿੱਧਾ 1/2 ਇਹ ਦੇਖੋ ਆ ਰਿਹਾ ਸੀ, ਤੋ ਇਹਦਾ ਆਂਸਰ ਜਿਹੜਾ ਹੈ ਉਹ ਕਿੰਨਾ ਆ ਜਾਊਗਾ, 2 ਆਂਸਰ ਆ ਜਾਊਗਾ, ਠੀਕ ਹੈ। ਕਿੰਨਾ ਆਂਸਰ ਆਏਗਾ ਜੀ, 2 ਆਂਸਰ ਕੁਐਸਚਨ ਨੰਬਰ 6 ਦਾ, ਫਾਈਨ। ਤੋ ਇਸ ਤਰ੍ਹਾਂ ਸਮ ਕਰਨਾ ਸੀ। ਉਸ ਤੋਂ ਬਾਅਦ ਅਸੀਂ ਹੁਣ ਨੈਕਸਟ ਜਿਹੜਾ ਸਮ ਹੈ ਉਹ ਕਰਨ ਜਾ ਰਹੇ ਹਾਂ, 1 ਸੈਕਿੰਡ, ਅਗਲੇ ਪੇਜ ਤੇ ਅਸੀਂ ਕਰ ਲੈਂਦੇ ਹਾਂ। ਇੱਥੇ ਤੱਕ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ, ਕਿ ਦਿੱਕਤ ਹੈ ਕਿਸੇ ਵੀ ਬੱਚੇ ਨੂੰ ਸਕਦਾ ਹੈ, ਠੀਕ ਹੈ। ਤੋ ਕੁਐਸਚਨ ਨੰਬਰ 7 ਜਿਹੜਾ ਹੈ -8/1, ਇਹਨੂੰ ਇਦਾਂ ਲਿਖ ਲਓ, ਇੰਟੂ 5/6, ਠੀਕ ਹੈ। ਤੋ ਹੁਣ ਇਹ 4 ਦੂਣੀ 8 ਹੁੰਦਾ ਹੈ ਜੀ, 3 ਦੂਣੀ 6 ਹੁੰਦਾ ਹੈ, ਯਾਨੀ ਕਿ ਮਾਈਨਸ ਦੇ 10/3, ਮਾਈਨਸ ਦੇ 10/3। ਇਹਦਾ ਗੁਣਾਤਮਕ ਉਲਟ ਕਿੰਨਾ ਆ ਜਾਊਗਾ, -3/10, -3/10, ਓਕੇ। ਉਸ ਤੋਂ ਬਾਅਦ 8ਵਾਂ ਸਵਾਲ ਹੈ 3/1 ਗੁਣਾ ਮਾਈਨਸ ਦੇ 7/9, ਠੀਕ ਹੈ, ਮਾਈਨਸ ਦੇ 7/9, 3 ਤੀਏ 9 ਜੀ, ਤੇ ਇਹ ਬਣ ਗਿਆ ਮਾਈਨਸ ਦੇ 3/7, ਇਹਦਾ ਗੁਣਾਤਮਕ ਉਲਟ ਆਏਗਾ 7/3 ਮਾਈਨਸ ਦੇ, तो गुणात्मक उल्टा आएगा माइनस दे 3/7, ओके 3/7। तो ये आंसर हैं क्वेश्चन नंबर 4 ਦੇ, ठीक है। तो बच्चों कोई औखा काम नहीं, सिर्फ लिखण का तरीका याद रखना, तुसीं इदां लिखना है, मैं तुहानूं वर्डिंग दस दी है कि -2 का गुणात्मक उल्ट लिखो। तो -2 का गुणात्मक उल्ट कितना आ गया, 1/2 माइनस दे, ठीक है। इदां आंसर लिखना है पूरा प्रॉपर तरीके नाल वर्डिंग दे विच, ओके। सारिਆਂ ਦਾ वर्डिंग विच लिखना है, सीधा डायरैक्ट आंसर नहीं लिख देना,
ਲਿਖਣਾ ਕਿੱਦਾਂ ਜਿੱਦਾਂ ਤੁਹਾਨੂੰ ਆ ਕੁਐਸਚਨ ਆ ਗਿਆ ਕਿ -5/6 5/8 5/8 ਮਾਈਨਸ ਦਾ ਗੁਣਾਤਮਕ ਉਲਟ ਬਰਾਬਰ, ਠੀਕ ਹੈ। वर्डिंग लिखनी है नाल दा गुणात्मक उल्ट जो लिखा है, ठीक है, वो लिख के रकम देखती उस तो बाद दा गुणात्मक उल्ट बराबर कितना आ गया -8/5, ठीक है। तो इस तरह ये आंसर पूरा लिखना है। क्लियर, समझ आ गया सारिਆਂ ਨੂੰ। ਉਸ ਤੋਂ ਬਾਅਦ ਨੈਕਸਟ ਸਾਡਾ 5th ਸਮ ਹੈ ਜੀ, ਇਹ ਵੀ ਅਸੀਂ ਫਟਾਫਟ ਕਰ ਲੈਂਦੇ ਆ। ਇਹ ਬੱਚੋ ਜਾਂਚ ਹੈ, ਇਹ ਨਵਾਂ ਲਾਅ ਹੈ, ਠੀਕ ਹੈ, ਨਵਾਂ ਲਾਅ ਹੈ ਇਹ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸ ਦਿੰਦਾ। ਇਹ ਹੈਗਾ x ਬਾਹਰ ਹਨ, ਉਸ ਤੋਂ ਬਾਅਦ y ਜਮਾ z ਹਨ, ਠੀਕ ਹੈ। ਇਹਨੂੰ ਸੋਲਵ ਕਰਨ ਦਾ ਦੋ ਤਰੀਕੇ ਹੁੰਦੇ ਹਨ। ਦੋ ਤਰੀਕੇ ਕਿਵੇਂ, ਦੇਖੋ ਜਿੱਦਾਂ ਮੈਂ ਤੁਹਾਨੂੰ ਇੱਕ ਮੈਂ ਐਗਜ਼ਾਮਪਲ ਦੇਵਾਂ ਕਿ ਮੰਨ ਲਓ ਤੁਹਾਡੇ ਘਰ ਕੋਈ ਗੈਸਟ ਆਏ, ਠੀਕ ਹੈ। ਉਹ ਗੈਸਟ ਸਾਰਿਆਂ ਨੂੰ ਮਿਲਣਗੇ, ਤੁਹਾਡੇ ਘਰ ਦੇ ਆ ਮੈਂਬਰ ਹਨ y ਤੇ z। तो ये x ਪਹਿਲਾਂ y ਨੂੰ ਮਿਲੇਗਾ, ਠੀਕ ਹੈ। तो ਇਹ ਕੀ ਹੋਏਗਾ x ਦੀ y ਨਾਲ ਗੁਣਾ ਹੋ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਫਿਰ ਇਸੇ x ਦੀ z ਨਾਲ ਵੀ ਗੁਣਾ ਹੋਏਗੀ, ਜਮਾ ਦਾ ਨਿਸ਼ਾਨ ਉੱਥੇ ਹੀ ਰਹੇਗਾ, ਠੀਕ ਹੈ। तो x ਦੀ y ਨਾਲ z ਨਾਲ ਵੀ ਗੁਣਾ ਇੱਥੇ ਹੋਣੀ ਹੈ, ਠੀਕ ਹੈ। तो ਇਹਦੀ ਤੁਸੀਂ ਹੁਣ ਪਰਖ ਕਰਨੀ ਹੈ, ਠੀਕ, ਜਾਂਚ ਕਰਨੀ ਹੈ, ਯਾਨੀ ਕਿ ਐਗਜ਼ਾਮਿਨ ਕਰਨਾ ਹੈ ਕਿ ਕੀ ਇਹ ਸਹੀ ਹਨ ਜਾਂ ਗਲਤ ਹਨ, ਠੀਕ ਹੈ। ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਅਸੀਂ ਕਰਦੇ ਹਾਂ, ਥੋੜੇ ਲੈਂਥੀ ਸਵਾਲ ਹਨ, ਇੱਕ ਮੈਂ ਕਰ ਦਿੰਦਾ, ਬਾਕੀ ਵਿੱਚੋਂ ਤੁਹਾਡਾ ਆਪ ਦਾ ਕੰਮ ਹੈਗਾ, ਤੁਸੀਂ ਕਰਨੇ ਨੇ। ਸੋ 5th ਸਮ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਇੱਥੇ y ਤੇ z ਦਾ ਜੋੜ ਹੈ, ਠੀਕ ਹੈ। y ਤੇ z ਦਾ ਜਦੋਂ ਤੁਸੀਂ ਜੋੜ ਕਰੋਗੇ, y ਦੀ ਵੈਲਿਊ ਕਿੰਨੀ ਹੈ 25/24 ਤੇ z ਕਿੰਨੀ ਹੈ ਉਹ ਵਿੱਚੋਂ 10 ਹੈ, 10/1, ਠੀਕ ਹੈ, 10/1। ਤੇ ਦੋਨਾਂ ਦਾ ਐਲਸੀਐਮ ਬੱਚੋ ਇੱਥੇ ਕਿੰਨਾ 24 ਆ ਗਿਆ, ठीक है। तो 24/24 1 यानी कि 25 ਉੱਪਰ ਇੱਦਾਂ ਹੀ ਰਹੇਗਾ। 24/1 24 24 ਦੀ 10 ਨਾਲ ਗੁਣਾ ਕੀਤੀ 240, 240 ਦੇ ਵਿੱਚ ਹੁਣ ਤੁਸੀਂ 25 ਜੋੜਨੇ ਹਨ। 240 'ਚ ਕੀ ਕਰਨੇ ਹਨ 25 ਜੋੜਨੇ ਹਨ, ਠੀਕ ਹੈ। ਤੇ 240 'ਚ ਜਦੋਂ 25 ਜੋੜੋਗੇ ਤਾਂ ਤੁਹਾਨੂੰ 265 ਪ੍ਰਾਪਤ ਹੋਏਗਾ, ਠੀਕ ਹੈ। ਕਿੰਨਾ ਪ੍ਰਾਪਤ ਹੋਏਗਾ 265। तो 265 ਕੀ ਇਹ ਘੱਟ ਸਕਦੇ ਹਨ, ਇਹ ਅਸੀਂ ਦੇਖ ਸਕਦੇ ਹਾਂ ਇੱਥੇ ਇਹ ਵਿੱਚੋਂ ਜਿਹੜਾ ਟੇਬਲ ਦੇ ਵਿੱਚ ਨਹੀਂ ਆਉਣਗੇ, ਠੀਕ ਹੈ। ਮਤਲਬ ਨਾ 6 ਦੇ ਟੇਬਲ 'ਚ ਆਉਣੇ, ਨਾ 4 ਦੇ ਟੇਬਲ 'ਚ ਤੇ ਨਾ ਹੀ 3 ਦੇ ਟੇਬਲ 'ਚ। 3 ਦੇ ਟੇਬਲ 'ਚ 24 ਆਉਂਦਾ ਹੈ, 6 ਦੇ ਟੇਬਲ 'ਚ 24 ਵੀ ਆਉਂਦਾ, 4 ਦੇ ਟੇਬਲ 'ਚ ਵੀ ਆਉਂਦਾ, ਪਰ ਉੱਪਰ ਜਿਹੜਾ ਹੈ ਉਹਦਾ ਕੋਈ ਫੈਕਟਰ ਨਹੀਂ ਬਣ ਰਿਹਾ। 8 3 ਦਾ ਬਿਲਕੁਲ ਹੀ ਨਾ, ਦੇਖੋ 6 ਜਮਾ 2 8, 8 ਜਮਾ 5 ਕਿੰਨੇ ਹੋ ਗਏ 13, 13 3 ਦੇ ਟੇਬਲ 'ਚ ਨਹੀਂ ਆ। ਸੋ ਇਸ ਕਰਕੇ ਇਹਦੀ ਵੈਲਿਊ ਜਿਹੜੀ ਹੈ y plus z ਇਹ ਤੁਹਾਡੇ ਕੋਲ 265/24 ਦੇ ਬਰਾਬਰ ਆਈ। ਹੁਣ ਕੀ ਕਰਨਾ, ਹੁਣ ਤੁਸੀਂ ਇੱਥੇ ਲੈਫਟ ਹੈਂਡ ਸਾਈਡ ਲਿਖੋਗੇ। ਲੈਫਟ ਹੈਂਡ ਸਾਈਡ ਵਿੱਚ x ਦਾ ਮੁੱਲ ਹੈਗਾ x into y plus z। x ਦੀ ਵੈਲਿਊ ਕਿੰਨੀ ਹੈ 265/24, ਸੌਰੀ x ਦੀ ਵੈਲਿਊ ਹੈ 3/5, ਠੀਕ ਹੈ। ਕਿੰਨੀ ਹੈ 3/5। ਤੇ ਇਹ ਥੋੜੇ ਜਿਹੇ ਬੱਚੋ ਲੈਂਥੀ ਸਮ ਹੈਗੇ ਨੇ, ਇਹਨਾਂ ਦੇ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਹੈ, ਲੇਕਿਨ ਆਰਾਮ ਨਾਲ ਕਰੋਗੇ ਤਾਂ ਫਿਰ ਸ਼ਾਇਦ ਹੋ ਜਾਣ ਤੁਹਾਡੇ ਤੋਂ ਔਖੇ ਨੇ, ਠੀਕ ਹੈ, ਕਿਉਂਕਿ ਰਕਮਾਂ ਬਹੁਤ ਵੱਡੀਆਂ ਹਨ। ਤੋ 8 ਤੀਆ 24 ਪਹਿਲਾਂ ਤੇ ਇੱਥੇ ਕੱਟ ਗਿਆ, ਠੀਕ ਹੈ। ਉਸ ਤੋਂ ਬਾਅਦ ਇਹਦੇ ਲਈ ਪਹਾੜੇ ਆਉਣੇ ਚਾਹੀਦੇ ਬੱਚੋ, ਸਿੱਧੀ ਗੱਲ ਹੈ। ਪਹਾੜੇ ਆਉਂਦੇ ਤਾਂ ਤੁਹਾਨੂੰ ਸਭ ਕੁਝ ਆਉਂਦਾ ਹੈ, ਯਾਨੀ ਕਿ ਟੇਬਲ ਆਉਂਦੇ ਹੋਣੇ ਚਾਹੀਦੇ। ਤੋ ਇਹ 5 ਤੇ ਦੇਖੋ 265/5 ਤੁਸੀਂ ਤੋ ਪਿਆਰੇ ਵਿਦਿਆਰਥੀਓ ਇੱਥੇ ਕੀ ਹੈ ਦੇਖੋ ਇਹਦਾ ਆਂਸਰ, ਇਹਦੀ ਵੈਲਿਊ ਜਿਹੜੀ ਹੈ ਉਹ 53/8 ਦੇ ਬਰਾਬਰ ਆਈ ਹੈ, ਠੀਕ ਹੈ। ਇਹ ਤੁਹਾਡੇ ਕੋਲ ਲੈਫਟ ਹੈਂਡ ਸਾਈਡ ਆਈ। ਹੁਣ ਇੱਦਾਂ ਹੀ ਤੁਸੀਂ ਹੁਣ ਰਾਈਟ ਹੈਂਡ ਸਾਈਡ ਜਿਹੜੀ ਹੈ ਉਹ ਵੈਲਿਊ ਕਰਨੀ ਹੈ। ਸੋ ਰਾਈਟ ਹੈਂਡ ਸਾਈਡ ਲਈ ਮੈਂ ਕੀ ਕਰਦਾ, ਇਹਦੇ ਵਿੱਚ ਜਿਹੜਾ ਇਹਦਾ ਸੈਕਿੰਡ ਹੈ, ਤੁਸੀਂ ਪਹਿਲਾਂ x ਦੀ y ਨਾਲ ਮਲਟੀਪਲੀਕੇਸ਼ਨ ਕਰੋ। x ਇੱਥੇ ਕਿੰਨਾ ਹੈ, x ਬੱਚੋ ਹੈ 5/3 ਤੇ y ਦਾ ਮੁੱਲ ਕਿੰਨਾ ਹੈ, y ਦੀ ਵੈਲਿਊ ਹੈ ਬੱਚੋ 25/24, ਠੀਕ ਹੈ। 8 ਤੀਆ 24 ਹੋ ਗਏ ਤੇ 5 ਪੰਜਾ 30 ਹੋ ਗਏ, ਓਕੇ। ਸੋ ਇਹਦਾ ਮਤਲਬ ਇਹਦੀ ਵੈਲਿਊ ਜਿਹੜੀ ਹੈ ਉਹ 5/8 ਦੇ ਬਰਾਬਰ ਆਈ। ਇਹਦੇ ਵਿੱਚੋਂ ਤੁਸੀਂ ਹੁਣ x ਦੀ z ਨਾਲ ਵੀ ਗੁਣਾ ਕਰ ਦਿਓ। x ਦੀ ਵੈਲਿਊ ਕਿੰਨੀ ਸੀ 3/5 ਤੇ z ਦੀ ਵੈਲਿਊ ਕਿੰਨੀ ਹੈ 10, ਤੇ ਇਹ ਕੱਟ ਗਿਆ ਇੱਥੇ 5 ਦੂਣੀ 10 6 ਦੇ ਬਰਾਬਰ। ਹੁਣ ਇਹਨਾਂ ਦੋਨਾਂ ਨੂੰ ਤੁਸੀਂ ਕੀ ਕਰਨਾ ਹੈ ਐਡ, ਯਾਨੀ ਕਿ x into y plus x into z। x into y ਦਾ ਮੁੱਲ ਕਿੰਨਾ ਆਇਆ 5/8, ਠੀਕ ਹੈ। ਔਰ ਇਹਦੀ ਵੈਲਿਊ ਕਿੰਨੀ ਹੈ 6। ਤੋ ਇੱਥੇ ਕੀ ਹੈ 8, ਇਹਦਾ ਐਲਸੀਐਮ ਆ ਗਿਆ, ਓਕੇ। 8/8 ਇੱਕ ਬਚਿਆ, ਇੱਕ ਆਂਸਰ ਆਇਆ, ਇੱਕ ਨੂੰ 5 ਨਾਲ ਗੁਣਾ ਕੀਤੀ 5 × 5 ਜਮਾ 8/1 8 ਦੇ ਬਰਾਬਰ ਆਇਆ। 8 ਛੇ ਕਿੰਨੇ ਹੋ ਗਏ 48, ਠੀਕ ਹੈ। 48 ਜਮਾ 5 ਕਿੰਨੇ ਹੁੰਦੇ ਨੇ 53, 53/8 ਜਿਹੜੇ ਆ ਆਂਸਰ ਆ ਗਿਆ। ਤੋ ਇਹਦਾ ਮਤਲਬ
ਸੱਜਾ ਪਾਸਾ ਜਿਹੜਾ ਖੱਬੇ ਪਾਸੇ ਦੇ ਬਰਾਬਰ ਹੈ, ਠੀਕ ਹੈ। ਬਸ ਇਹਦੇ ਵਿੱਚ ਮਲਟੀਪਲੀਕੇਸ਼ਨ ਦਾ ਇਸ਼ੂ ਹੈ, ਅਦਰਵਾਈਜ਼ ਇਹਦੇ ਵਿੱਚ ਸਮ ਜਿਹੜੇ ਨੇ ਉਹ ਜ਼ਿਆਦਾ ਕੁਝ ਔਖੇ ਨਹੀਂ ਹਨ। ਮਲਟੀਪਲੀਕੇਸ਼ਨ ਆਉਂਦੀ ਹੈ, ਟੇਬਲ ਆਉਂਦੇ ਹਨ, ਤਾਂ ਤੁਸੀਂ ਆਰਾਮ ਨਾਲ ਇਹ ਸਮ ਕਰ ਸਕਦੇ ਹੋ। ਓਕੇ ਜੀ। ਉਸ ਤੋਂ ਬਾਅਦ ਹੁਣ ਅਸੀਂ ਨੈਕਸਟ ਜਿਹੜੇ ਸਮ ਆ 6th ਇਹਦੇ ਵਿੱਚੋਂ ਕਰਾਂਗੇ। ਇਹ ਤੁਸੀਂ ਹੁਣ ਬਾਕੀ ਜਿਹੜੇ ਸਮ ਸੈਕਿੰਡ ਤੇ ਥਰਡ ਆ ਇਹ ਆਪ ਕਰਨੇ ਹਨ। तो प्यारे विद्यार्थियों साडा नैक्सट जिहड़ा सम है इसे ही एक्सरसाइज का वो है 4th वन, ठीक है। वो फिफ्थ का जिहड़ा क्वेश्चन है, क्वेश्चन नंबर क्वेश्चन नंबर 5th का सैकेंड, ठीक है। ਇਹਦੇ ਵਿੱਚ x ਦੀ ਵੈਲਿਊ ਕਿੰਨੀ ਹੈ -5/4 ਤੇ y ਦੀ ਵੈਲਿਊ ਕਿੰਨੀ ਹੈ 8/5, ਠੀਕ ਹੈ। ਕਿੰਨੀ ਵੈਲਿਊ ਦਿੱਤੀ ਹੈ 8/5 ਦਿੱਤੀ ਹੈ ਤੇ z ਜਿਹੜਾ ਹੈ ਉਹਦੇ ਵਿੱਚ 16/15 ਦਿੱਤਾ। ਧਿਆਨ ਨਾਲ ਹੁਣ ਸਮਝਿਓ, ਦੇਖੋ y ਨੂੰ ਪਹਿਲਾਂ ਤੁਸੀਂ z ਦੇ ਵਿੱਚ ਜੋੜਨਾ ਹੈ ਅਕੋਰਡਿੰਗ ਟੂ ਕੁਐਸਚਨ। y ਨੂੰ z ਵਿੱਚ ਜੋੜੋਗੇ 8/5 ਜਮਾ ਦੇ 16/15, ਠੀਕ ਹੈ। ਤੇ ਇੱਥੇ 15 ਜਿਹੜਾ ਹੈ ਉਹ ਤੁਹਾਡਾ ਐਲਸੀਐਮ ਆਏਗਾ, ਠੀਕ ਹੈ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ 15/5 ਕਿੰਨੇ ਹੋਏ 3 3 ਚੌਕਾ 3 ਦੀ 8 ਨਾਲ ਗੁਣਾ ਕਰਨੀ ਹੈ, 8 ਤੀਆ ਕਿੰਨੇ ਹੋ ਗਏ 24, ਓਕੇ। ਉਸ ਤੋਂ ਬਾਅਦ 15/15, ਠੀਕ ਹੈ, 1 ਦੇ ਬਰਾਬਰ ਆਇਆ ਤਾਂ ਇੱਥੇ ਆ ਗਿਆ ਵਿੱਚੋਂ 16, ਤਾਂ ਇਹਦਾ ਮਤਲਬ ਇਹਨਾਂ ਦੋਨਾਂ ਨੂੰ ਜਦੋਂ ਤੁਸੀਂ ਜੋੜੋਗੇ 24 ਜਮਾ 16, 24 ਜਮਾ 16 ਕਿਹਦੇ ਬਰਾਬਰ ਆ ਗਿਆ ਜੀ 40, ਠੀਕ ਹੈ। 40/15 ਤੋਂ ਹੁਣ 8 ਪੰਜਾ 40 ਹੁੰਦੇ ਨੇ, ਪੰਜੂ ਤੀਏ 15 ਹੁੰਦੇ ਨੇ, 5 ਨਾਲ 5 ਕੱਟ ਜਾਣੇ, ਇਹਦਾ ਮਤਲਬ 8/3 ਦੇ ਬਰਾਬਰ ਆਇਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਹੁਣ ਕੀ ਹੈ ਇਹਦੇ ਨਾਲ x ਦੀ ਗੁਣਾ ਕਰ ਦੇਣੀ ਹੈ। x ਦੀ ਵੈਲਿਊ ਕਿੰਨੀ ਹੈ, x ਦੀ ਵੈਲਿਊ ਹੈ -5/4, ਠੀਕ ਹੈ, ਜੋ ਕਿ ਤੁਹਾਡੀ ਲੈਫਟ ਹੈਂਡ ਸਾਈਡ ਹੋਏਗੀ। ਇਹਦੀ ਮਲਟੀਪਲੀਕੇਸ਼ਨ 8/3 ਦੇ ਨਾਲ, ਠੀਕ ਹੈ। 4 ਦੂਣੀ ਕਿੰਨੇ ਹੋ ਗਏ 8, ਠੀਕ ਹੈ। ਤਾਂ ਮਾਈਨਸ ਦੇ 10/3 ਜਿਹੜੀ ਇਹਦੀ ਆਂਸਰ ਜਿਹੜਾ ਇਹਦਾ ਆਏਗਾ। ਉਸ ਤੋਂ ਬਾਅਦ ਲੈਫਟ ਹੈਂਡ ਸਾਈਡ ਤੋਂ ਬਾਅਦ ਹੁਣ ਰਾਈਟ ਹੈਂਡ ਸਾਈਡ ਕੱਢਣੀ ਹੈ। ਤਾਂ ਰਾਈਟ ਹੈਂਡ ਸਾਈਡ ਕੱਢਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਪਊਗਾ, ਤੁਹਾਨੂੰ ਪਹਿਲਾਂ ਤੇ x ਤੇ y ਦੀ ਮਲਟੀਪਲੀਕੇਸ਼ਨ ਕਰਨੀ ਪਊਗੀ, ਠੀਕ ਹੈ। ਇਹਨੂੰ ਬਾਅਦ ਚ ਲਿਖਾਂਗੇ ਆਪਾਂ, ਪਹਿਲਾਂ ਇੱਥੇ ਤੁਸੀਂ x ਤੇ y ਦੀ ਮਲਟੀਪਲੀਕੇਸ਼ਨ ਕਰ ਲਓ। x ਤੇ y ਦੀ ਮਲਟੀਪਲੀਕੇਸ਼ਨ ਕਰੋਗੇ ਮਾਈਨਸ ਦੇ 5/4 ਗੁਣਾ 8/5, ਠੀਕ ਹੈ। ਤੋ 5 ਨਾਲ 5 ਕੱਟ ਗਏ, 4 ਦੂਣੀ 8, ਇਹਦਾ ਮਤਲਬ ਇਹਦੀ ਵੈਲਿਊ ਤਾਂ ਸਿੱਧੀ ਆ ਗਈ ਮਾਈਨਸ ਦੇ 2 ਦੇ ਬਰਾਬਰ ਆਈ, ਓਕੇ। ਕਿੰਨੀ ਆਈ ਮਾਈਨਸ ਦੇ 2 ਦੇ ਬਰਾਬਰ ਆਈ। ਉਸ ਤੋਂ ਬਾਅਦ ਨੈਕਸਟ x ਤੇ z ਦੀ ਗੁਣਾ ਵੀ ਕਰਨੀ ਹੈ। x ਦੀ ਵੈਲਿਊ x ਤੇ z ਦੀ x ਦੀ ਵੈਲਿਊ ਅਗੇਨ ਮਾਈਨਸ ਦੇ 5/4 ਹੈ ਔਰ z ਦੀ ਵੈਲਿਊ 16/15 ਹੈ, ਜੋ ਕਿ ਪੰਜੂ ਤੀਏ 15 ਔਰ ਇਹਦੇ ਵਿੱਚ ਵਿਦਿਆਰਥੀਓ 4 ਚੌਕੇ 16 ਦੇ ਬਰਾਬਰ ਆਇਆ, ਠੀਕ ਹੈ। 4 ਚੌਕੇ ਕਿੰਨੇ ਹੈਗੇ 16 ਦੇ ਬਰਾਬਰ ਔਰ 4 ਚੌਕੇ 16, ਠੀਕ ਹੈ। ਤੋ ਇਹਦਾ ਮਤਲਬ ਇਹਦੇ ਵਿੱਚ ਆਂਸਰ ਜਿਹੜਾ ਮਾਈਨਸ ਦੇ 4/3 ਜਿਹੜਾ x ਤੇ y x ਗੁਣਾ z ਦਾ ਮੁੱਲ ਆਇਆ ਹੈ ਤੇ x ਤੇ y ਦਾ ਮੁੱਲ -2 ਸੀ, x ਤੇ z ਦਾ ਮੁੱਲ -3/4 ਹੈ। ਦੋਨਾਂ ਨੂੰ ਐਡ ਕਰ ਦਿਓ ਅਕੋਰਡਿੰਗ ਟੂ ਕੁਐਸਚਨ, ਠੀਕ ਹੈ। ਕੁਐਸਚਨ ਦੇ ਅਕੋਰਡਿੰਗ ਕੁਐਸਚਨ ਇਹਦੇ ਵਿੱਚ x into y plus y x into z, ਠੀਕ ਹੈ। ਤੋ x into y plus x into z ਜੋ ਕਿ ਕਿਹਦੇ ਬਰਾਬਰ ਹੈ ਰਾਈਟ ਹੈਂਡ ਸਾਈਡ ਦੇ, ਠੀਕ ਹੈ। ਤੋ ਰਾਈਟ ਹੈਂਡ ਸਾਈਡ ਹੁਣ ਦੇਖਣਾ ਕਿੰਨਾ ਆਂਸਰ ਆ ਰਿਹਾ -2 ਪਲੱਸ ਮਾਈਨਸ ਦੇ 4/3, ਓਕੇ। 3 ਇਹਦਾ ਐਲਸੀਐਮ ਆ ਜਾਣਾ, ਠੀਕ ਹੈ ਜੀ। ਤੇ 3 ਦੂਣੀ 6 3 ਦੂਣੀ 6 ਉੱਪਰ ਆ ਗਿਆ ਤੇ ਥੱਲੇ ਜਿਹੜੇ ਆ ਮਾਈਨਸ ਦੇ 4 ਇੱਦਾਂ ਹੀ ਰਹਿ ਜਾਣੇ, ਤਾਂ ਇਹ ਵੀ ਵਿੱਚੋਂ ਮਾਈਨਸ ਦੇ 10/3 ਜਿਹੜਾ ਹੈ ਤੁਹਾਡਾ ਆਂਸਰ ਹੋਏਗਾ, ਜੋ ਕਿ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਹੈ ਇਹਦੇ ਵਿੱਚ ਵੀ ਬਰਾਬਰ ਆ ਰਹੀ ਹੈ, ਓਕੇ। ਤੋ ਇਹ ਇਸ ਤਰ੍ਹਾਂ ਸਮ ਕਰਨਾ ਹੈ। ਮੇਰੇ ਕੋਲ ਥੋੜੀ ਸਪੇਸ ਘੱਟ ਸੀ ਇਸ ਕਰਕੇ ਥੋੜਾ ਜਿਹਾ ਕੰਜਸਟਡ ਹੈਗਾ, ਬਟ ਤੁਸੀਂ ਮੈਨੂੰ ਲੱਗਦਾ ਵੀ ਪਹਿਲਾ ਸਮ ਜੇ ਆ ਗਿਆ ਤੇ ਸੈਕਿੰਡ ਵੀ ਤੁਸੀਂ ਆਰਾਮ ਨਾਲ ਕਰ ਸਕਦੇ, ਥਰਡ ਵੀ ਤੁਸੀਂ ਕਰਨਾ ਹੈ ਬੱਚੋ, ਇਹ ਵੀ ਤੁਹਾਡਾ ਕੰਮ ਹੈਗਾ, ਠੀਕ ਹੈ। ਉਸ ਤੋਂ ਬਾਅਦ ਅਸੀਂ ਨੈਕਸਟ ਸਮ ਵੱਲ ਵਧਾਂਗੇ, ਸਮ ਨੰਬਰ 6th, ਠੀਕ ਹੈ। ਉਹ ਅਸੀਂ ਕਰਨ ਜਾ ਰਹੇ ਹਾਂ। ਸਮ ਨੰਬਰ 6th ਦੇ ਵਿੱਚ ਵੀ ਬੱਚੋ ਕੁਝ ਇਸ ਤਰ੍ਹਾਂ ਦਾ ਹੀ ਕੰਮ ਤੁਹਾਨੂੰ ਕਰਨਾ ਪਊਗਾ। ਇਹ ਵੀ ਸੇਮ ਤਰੀਕੇ ਨਾਲ ਹੀ ਕਰਨਾ, ਇਹਦਾ ਵੀ ਮੈਂ ਇੱਕ ਹੀ ਸਮ ਕਰਾਊਂਗਾ, ਬਾਕੀ ਤੁਸੀਂ ਕਰਨੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਥੇ x ਮਾਈਨਸ x ਇੰਟੂ y ਮਾਈਨਸ z ਹੈ ਤੇ ਅੱਗੇ ਫਿਰ ਉਸ ਤੋਂ ਬਾਅਦ ਕੀ ਹੈਗਾ x ਦੀ y ਨਾਲ ਗੁਣਾ ਹੈ ਔਰ
x ਦੀ z ਨਾਲ ਗੁਣਾ ਹੈ ਵਿਦ ਨੈਗੇਟਿव ਸਾइन, ठीक है, विद नैगेटिव साइन यानी कि ये भी पिछों एक डिस्ट्रीब्यूटिव लॉ ही है एक तरह का, ठीक है। तो ये सब तो पहला x का मुल ਜਿਹੜਾ ਹੈ ਉਹ ਤੁਹਾਨੂੰ ਗਿਵਨ ਹੈਗਾ ਕਿੰਨਾ ਹੈ -2/3, y ਦੀ ਵੈਲਿਊ 3/4 ਹੈ ਤੇ z ਦੀ ਵੈਲਿਊ 6/7 ਹੈ, ठीक है। सब तो पहला ਤੁਸੀਂ y माइनस z ਕਰੋਗੇ y माइनस z, y ਦਾ ਮੁੱਲ ਕਿੰਨਾ ਹੈ 3/4 ਤੇ z ਦਾ ਮੁੱਲ ਹੈ ਇੱਥੇ ਕਿੰਨਾ 6/7, ਦੋਨਾਂ ਦਾ ਐਲਸੀਐਮ ਕਿੰਨਾ 7 ਚੌਕਾ 28 ਆਇਆ ਜੀ, 28/4 28/4 7 ਚੌਕਾ 28 7 ਆ ਗਿਆ, 7 ਤੀਆ ਕਿੰਨੇ ਹੋ ਗਏ 21, ठीक है। ਸੱਤ ਜਿਹਨੂੰ ਬੱਚੇ ਨੂੰ ਇਹ ਮਲਟੀਪਲੀਕੇਸ਼ਨ ਨਹੀਂ ਆਉਂਦੀ ਕਿੱਦਾਂ ਕੀਤਾ ਹੈ ਉਹ ਬੱਚੋ ਪ੍ਰੀਵੀਅਸ ਵੀਡੀਓ ਲੈਕਚਰ ਦੇਖ ਸਕਦਾ, ਐਡੀਸ਼ਨ ਜਿਹੜੀ ਸਬਟ੍ਰੈਕਸ਼ਨ ਆਪਾਂ 1.1 ਤੇ 1.2 ਕੀਤੀ ਹੈ, ਜੇ ਤੁਸੀਂ ਉਹ ਚੰਗੀ ਤਰ੍ਹਾਂ ਕਰ ਲਈ ਹੈ ਤੇ ਫਿਰ ਤੁਹਾਨੂੰ ਇਹਦੇ ਵਿੱਚ ਕੋਈ ਇਸ਼ੂ ਨਹੀਂ ਆਊਗਾ। 28/7 4, 4 ਨੂੰ 6 ਨਾਲ ਗੁਣਾ ਕੀਤੀ 24, तो ਇਹ ਆ ਗਿਆ -3/28, ਠੀਕ ਹੈ। ਉਸ ਤੋਂ ਬਾਅਦ ਹੁਣ ਤੁਸੀਂ ਮਲਟੀਪਲੀਕੇਸ਼ਨ ਕਰਨੀ ਹੈ x ਦੇ ਨਾਲ, x ਦਾ ਮੁੱਲ ਕਿੰਨਾ ਹੈ -2/3, y ਮਾਈਨਸ z ਤੁਹਾਡੇ ਕੋਲ ਆਇਆ 3/28, ਜੇ ਕੁਛ ਘੱਟ ਹੁੰਦਾ 3 ਨਾਲ 3 ਕੱਟ ਹੋ ਜਾਣੇ, ਮਾਈਨਸ ਨਾਲ ਮਾਈਨਸ ਕੱਟ ਹੋ ਜਾਣੇ, 14 ਦੂਣਾ 28 ਯਾਨੀ ਕਿ ਇਹਦੀ ਵੈਲਿਊ ਆਈ 1/14, ਓਕੇ। ਉਸ ਤੋਂ ਬਾਅਦ ਹੁਣ ਕੀ ਕਰਨਾ, ਹੁਣ ਥੋੜਾ ਜਿਹਾ x ਦੀ y ਨਾਲ ਮਲਟੀਪਲੀਕੇਸ਼ਨ ਕਰਨੀ, x ਦੀ ਵੈਲਿਊ ਕਿੰਨੀ ਹੈ -2/3 ਤੇ y ਦੀ ਵੈਲਿਊ ਕਿੰਨੀ ਹੈ ਬੱਚੋ 3/4, 3 ਨਾਲ 3 ਕੱਟ ਦਿਓ, 4 2 ਨਾਲ 2 ਕੱਟ 2 ਚੌਕੇ 2 ਦੂਣੀ 4 ਹੋ ਗਿਆ, -1/2 ਆਇਆ। ਉਸ ਤੋਂ ਬਾਅਦ y ਦੀ z ਨਾਲ x ਦੀ z ਨਾਲ ਵੀ ਗੁਣਾ ਕਰਨੀ ਹੈ, x ਦਾ ਮੁੱਲ ਅਗੇਨ -2/3 ਤੇ z ਦਾ ਮੁੱਲ 6/7, ठीक है। 3 दूनी 6, 3 दूनी 6 ਉੱਪਰ 2 ਆਏ, तो ਇਹ ਆ ਗਿਆ ਬੱਚੋ ਮਾਈਨਸ ਨਾਲ ਮਾਈਨਸ ਸੌਰੀ ਮਾਈਨਸ ਤਾਂ ਇੱਥੇ ਹੈ ਨਹੀਂ ਕੱਟਿਆ ਇਹ, ਤੇ ਮਾਈਨਸ ਦੇ 4/7 ਦੇ ਬਰਾਬਰ ਆਊਗਾ। ਹੁਣ ਦੋਨਾਂ ਨੂੰ ਤੁਸੀਂ ਸਬਟਰੈਕਟ ਕਰਨਾ, x into y ਮਾਈਨਸ x into z, x ਦਾ ਮੁੱਲ -1/2 ਤੇ ਇਹ ਮਾਈਨਸ ਮਾਈਨਸ ਪਲੱਸ ਹੋ ਜਾਣੇ ਆ, 4/7 ਇੱਥੇ ਆ ਗਿਆ, ਠੀਕ ਹੈ। ਦੋਨਾਂ ਦਾ ਐਲਸੀਐਮ ਅਗੇਨ 14 ਆਇਆ, ਉੱਪਰ 14 ਆਇਆ, 14/2 ਕਿੰਨੇ ਹੋ ਗਏ -7, ਠੀਕ ਹੈ। ਤੇ ਇੱਥੇ ਬੱਚੋ ਕਿੰਨਾ ਆ ਗਿਆ, ਇੱਥੇ ਆ ਜਾਣਾ ਤੁਹਾਡੇ ਕੋਲ 14/7 2 ਚੌਕੇ 8 ਜਮਾ ਦੇ 8, 8 ਚੋਂ 7 ਕੱਢੇ ਕਿੰਨਾ ਆ ਗਿਆ 1, ਤਾਂ ਇਹਦਾ ਆਂਸਰ ਆ ਗਿਆ 1/14 ਜੋ ਕਿ ਖੱਬੇ ਪਾਸੇ ਦੇ ਬਰਾਬਰ ਆ ਰਿਹਾ। तो ਇੱਥੇ ਵੀ ਬੱਚੋ ਸਹਿਚਾਰ ਜਿਹੜਾ ਡਿਸਟ੍ਰੀਬਿਊਟਿਵ ਲੌ ਹੈ ਉਹ ਹੋਲਡ ਕਰਦਾ ਹੈ, ਠੀਕ ਹੈ। ਪਰ ਇੱਥੇ ਸਾਈਨ ਜਿਹੜਾ ਹੈ ਉਹ ਮਾਈਨਸ ਦਾ ਹੈ, ਇਹ ਧਿਆਨ ਰੱਖਣਾ, ਪਿੱਛੇ ਵਾਲਾ ਜਿਹੜੇ ਸਮ ਸੀ ਉਹਦੇ ਵਿੱਚ ਪਲੱਸ ਦਾ ਸਾਈਨ ਸੀ, ਕਰਨਾ ਸੇਮ ਤਰੀਕੇ ਨਾਲ ਹੈ, ਓਕੇ। तो ਸੈਕਿੰਡ ਤੇ ਥਰਡ ਸਮ ਹੁਣ ਤੁਹਾਡੀ ਪ੍ਰੈਕਟਿਸ ਲਈ ਹੈ, ਇਹ ਤੁਸੀਂ ਆਪ ਕਰਨੇ ਹਨ। तो ਡੀਅਰ ਸਟੂਡੈਂਟਸ ਸਾਡਾ 7th ਜਿਹੜਾ ਸਮ ਹੈ ਉਹ ਬੱਚੋ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਹੇਠ ਲਿਖੇ ਕਥਨਾਂ ਲਈ ਪ੍ਰਮੇਯ ਸੰਖਿਆਵਾਂ ਦੀ ਗੁਣਾ ਦੇ ਗੁਣ ਦਾ ਨਾਮ ਲਿਖੋ। ਗੁਣ ਦਾ ਮਤਲਬ ਕੀ ਹੈ ਇੱਥੇ ਪ੍ਰੋਪਰਟੀ, ਠੀਕ ਹੈ। ਪ੍ਰੋਪਰਟੀ ਜਿਹੜੀ ਹੈ ਉਹ ਐਕਸਪਲੇਨ ਕਰਨੀ ਹੈ ਕਿ which property is used here, ਠੀਕ ਹੈ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਦੇ ਵਿੱਚ ਤੁਸੀਂ A ਨੰਬਰ ਇਹਨੂੰ A ਮੰਨ ਲਓ, ਆ B ਹੈਗਾ ਤੇ ਫਿਰ ਤੁਸੀਂ B ਨੂੰ ਅੱਗੇ ਕਰਤਾ A ਨੂੰ ਪਿੱਛੇ ਕਰਤਾ, ਤਾਂ ਇਹ ਕਿਹੜਾ ਗੁਣ ਸੀਗਾ, ਇਹਨੂੰ ਅਸੀਂ ਕਹਿੰਦੇ ਕਰਮ ਵਟਾਂਦਰਾ ਗੁਣ, ਠੀਕ ਹੈ। तो यानी कि कॉमूटेटिव प्रॉपर्टी, इत्थे कॉमूटेटिव प्रॉपर्टी जिहड़ी है वो लग रही है, पंजाबी दे विच इहनूं लिखोगे तुसीं करम वटांदरा गुण, ठीक है, कॉमूटेटिव प्रॉपर्टी, ओके। उस तो बाद नैक्सट जिहड़ा है ਉਹਦੇ ਵਿੱਚ ਤੁਸੀਂ देख सकते हो ਸਾਡੇ कोल एक A नंबर है रैशनल नंबर, ਜਿਹਨੂੰ 1 ਨਾਲ ਮਲਟੀਪਲਾਈ ਕੀਤਾ ਤੇ ਸਾਨੂੰ A ਪ੍ਰਾਪਤ ਹੋਇਆ, ਤੇ 1 ਨੂੰ A ਨਾਲ ਮਲਟੀਪਲਾਈ ਕੀਤਾ ਤਾਂ ਵੀ A ਪ੍ਰਾਪਤ ਹੋਇਆ। ਤਾਂ ਇਹ ਬੱਚੋ ਇਹ ਕੀ ਹੈ ਤਤਸਮਕ ਦੀ ਹੋਂਦ, ਯਾਨੀ ਕਿ ਮਲਟੀਪਲੀਕੇਟਿਵ ਆਇਡੈਂਟੀਟੀ ਜਿਹੜੀ ਹੈ ਉਹ ਸ਼ੋ ਕਰਦਾ ਪਿਆ, ਠੀਕ ਹੈ। ਜਿਹੜੀ ਮਲਟੀਪਲੀਕੇਟਿਵ ਆਇਡੈਂਟੀਟੀ ਯਾਨੀ ਕਿ ਤਤਸਮਕ ਦੀ ਹੋਂਦ ਤੁਸੀਂ ਡਾਇਰੈਕਟ ਇੱਥੇ ਲਿਖ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਵਿੱਚੋਂ ਡਿਸਟ੍ਰੀਬਿਊਟਿਵ ਲਾਅ ਜਿਹੜਾ ਹੁਣੇ ਅਸੀਂ ਕਰਕੇ ਹਟੇ ਹਾਂ ਕਿ x ਦੀ ਮਲਟੀਪਲੀਕੇਸ਼ਨ y ਜਮਾ z ਦੇ ਨਾਲ ਜੇ ਆਪਾਂ ਕਰਦੇ ਹਾਂ ਜੋ ਕਿ ਬ੍ਰੈਕਟ ਵਿੱਚ ਹਨ, ਤਾਂ x ਪਹਿਲਾਂ y ਨਾਲ ਗੁਣਾ ਕਰੇਗਾ, ਫਿਰ ਉਹ x ਜਿਹੜਾ ਹੈ z ਨਾਲ ਗੁਣਾ ਕਰੇਗਾ। ਇਹਨੂੰ ਕਹਿੰਦੇ ਜੋੜ ਉੱਪਰ ਵੰਡਕਾਰੀ ਗੁਣ, ਠੀਕ ਹੈ, ਜੋੜ ਉੱਪਰ ਵੰਡਕਾਰੀ ਗੁਣ, ਯਾਨੀ ਕਿ ਇੱਥੇ ਤੁਸੀਂ ਲਿਖਣਾ ਹੈ ਜੋੜ, ਇਹ ਤੁਹਾਡੀਆਂ ਕਿਤਾਬਾਂ ਦੇ ਵਿੱਚ ਪਿੱਛੇ ਆਨਸਰ ਹੈਗੇ ਉਹਨਾਂ ਦੇ ਵਿੱਚ ਵੀ ਦਿੱਤੇ ਹੋਣਗੇ, ਤੇ ਜੋੜ ਉੱਪਰ ਵੰਡਕਾਰੀ ਗੁਣ ਜਿਹਨੂੰ ਅਸੀਂ ਡਿਸਟ੍ਰੀਬਿਊਟਿਵ ਲਾਅ ਕਹਿੰਦੇ ਹਾਂ, ਠੀਕ ਹੈ, ਡਿਸਟ੍ਰੀਬਿਊਟਿਵ ਪ੍ਰੋਪਰਟੀ। ਉਸ ਤੋਂ ਬਾਅਦ ਨੈਕਸਟ ਵਿੱਚੋਂ ਸਹਿਚਾਰਤਾ ਗੁਣ ਹੈ, ਦੇਖੋ A into B into C, ਤੇ ਫਿਰ ਉਸ ਤੋਂ ਬਾਅਦ B ਤੇ C ਦੀ ਮਲਟੀਪਲੀਕੇਸ਼ਨ ਕਰ ਦਿਓ, ਠੀਕ ਹੈ। ਤਾਂ ਇੱਥੇ ਲਿਖੋਗੇ ਤੁਸੀਂ ਗੁਣਾ ਦੇ ਲਈ ਸਹਿਚਾਰਤਾ ਗੁਣ, ਠੀਕ ਹੈ, ਪ੍ਰੋਪਰ ਲਿਖਣਾ, ਪਿੱਛੇ ਆਨਸਰ ਜਿਹੜੇ ਉਹ ਸ਼ਾਰਟ 'ਚ ਦਿੱਤਾ ਹੋਇਆ ਪਰ ਇਹਨੂੰ ਪੂਰਾ ਲਿਖਣਾ ਹੈ ਗੁਣਾ ਦੇ ਲਈ ਸਹਿਚਾਰਤਾ ਗੁਣ, ਓਕੇ। ਯਾਨੀ ਕਿ ਸਹਿਚਾਰਤਾ ਗੁਣ ਨੂੰ ਅਸੀਂ ਕਹਿੰਦੇ ਆ ਐਸੋਸੀਏਟਿਵ ਪ੍ਰੋਪਰਟੀ ਫॉर ਮਲਟੀਪਲੀਕੇਸ਼ਨ।
ਉਸ ਤੋਂ ਬਾਅਦ ਨੈਕਸਟ ਜਿਹੜਾ 5th ਸਮ ਹੈ, ਇਹ ਵਿੱਚੋਂ ਘਟਾਓ ਦੇ ਉੱਪਰ ਵੰਡਕਾਰੀ ਗੁਣਾ ਹੈ। ਹੁਣੇ ਆਪਾਂ ਕਰਕੇ ਹਟੇ ਹਾਂ, ਹੁਣੀ ਜਿਹੜਾ ਸਾਡਾ 6th ਸਮ ਸੀ ਇਹਦੇ ਨਾਲ ਹੀ ਰਿਲੇਟਡ ਸੀ। ਡਿਸਟ੍ਰੀਬਿਊਟਿਵ ਲਾਅ ਫॉर ਸਬਟ੍ਰੈਕਸ਼ਨ, ਠੀਕ ਹੈ, ਯਾਨੀ ਕਿ ਘਟਾਓ ਉੱਪਰ ਵੰਡਕਾਰੀ ਘਟਾਓ, ਠੀਕ ਹੈ, ਘਟਾਓ ਉੱਪਰ ਵੰਡਕਾਰੀ ਗੁਣ, ਠੀਕ ਹੈ, ਇੱਥੇ ਤੁਸੀਂ ਇਹ ਲਿਖੋਗੇ ਘਟਾਓ ਉੱਪਰ ਵੰਡਕਾਰੀ ਗੁਣ। ਓਕੇ, ਉਸ ਤੋਂ ਬਾਅਦ ਵਿੱਚੋਂ ਨੈਕਸਟ ਸਾਡੇ MCQ ਹਨ ਕਿ ਪ੍ਰਮੇय ਸੰਖਿਆਵਾਂ ਯਾਨੀ ਕਿ ਰੈਸ਼ਨਲ ਨੰਬਰ ਦਿੱਤੇ ਹਨ x, y ਤੇ z, ਹੇਠਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ। ਤੋ 3 ਰੈਸ਼ਨਲ ਨੰਬਰ ਆ ਇੱਥੇ, 3 ਰੈਸ਼ਨਲ ਨੰਬਰ ਦੇ ਲਈ ਵਿੱਚੋਂ ਕਿਹੜਾ ਸਹੀ ਨਹੀਂ ਹੈ। ਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ x into y ਬਰਾਬਰ y into x ਹੈ। ਤੋ ਮਤਲਬ ਭਾਵੇਂ ਇੱਥੇ 3 ਨੰਬਰ ਨਹੀਂ ਯੂਜ਼ ਕੀਤੇ ਪਰ ਇਹ ਲਾਅ ਸਹੀ ਹੈਗਾ, ਠੀਕ ਹੈ। ਉਸ ਤੋਂ ਬਾਅਦ ਅਗਲੇ ਵਿੱਚ ਦੇਖੋ x ਦੀ y ਨਾਲ ਮਲਟੀਪਲੀਕੇਸ਼ਨ ਕਰਨੀ ਹੈ, y ਦੀ z ਨਾਲ, ਸਾਈਨ ਉਹੀ ਰਹਿਣਾ। ਤੋ y ਦੀ x ਦੀ ਫਿਰ z ਨਾਲ, तो x into z with ਨੈਗੇਟਿਵ, ਆ ਨੈਗੇਟਿਵ ਸਾਈਨ ਇੱਥੇ ਰਹੂਗਾ ਹੀ ਰਹੂਗਾ, ਠੀਕ ਹੈ। ਤਾਂ ਇਹ ਵੀ ਸਹੀ ਹੈਗਾ। ਉਸ ਤੋਂ ਬਾਅਦ ਅਗਲੇ ਵਿੱਚ ਦੇਖੋ x minus y minus x ਕੀ ਇਹ ਬਰਾਬਰ ਹੁੰਦੇ ਹਨ। ਬੱਚੋ ਘਟਾਓ ਦੇ ਲਈ ਘਟਾਓ ਦੀ ਕਲਮ ਵਟਾਂਦਰਾ ਗੁਣ ਜਿਹੜਾ ਹੈ ਹੋਲਡ ਨਹੀਂ ਕਰਦਾ, ਇਹਦਾ ਮਤਲਬ ਇਹਦਾ ਆਂਸਰ ਜਿਹੜਾ C ਆਪਸ਼ਨ ਆਊ, ਠੀਕ ਹੈ, C ਆਂਸਰ ਆਣਾ। ਅਗਲਾ ਜਿਹੜਾ ਹੋਲਡ ਕਰਦਾ ਹੈ ਤੁਹਾਨੂੰ ਪਤਾ ਹੀ ਹੈ। ਨੈਕਸਟ ਜੇ ਅਸੀਂ ਇੱਥੇ ਬੱਚੋ ਕਿਹੜਾ ਕਥਨ ਵਰਤਿਆ ਇਹ ਦੱਸਣਾ ਹੈਗਾ, ਤੇ ਕਰਮ ਵਟਾਂਦਰਾ ਗੁਣ ਹੈ ਤੁਹਾਨੂੰ ਪਤਾ ਹੀ ਹੈ A into B ਬਰਾਬਰ B into A ਦੇ ਬਰਾਬਰ ਹੁੰਦਾ ਹੈ। ਗੁਣਾਂ ਦੇ ਲਈ ਕਰਮ ਵਟਾਂਦਰਾ ਗੁਣ, ਠੀਕ ਹੈ, ਯਾਨੀ ਕਿ ਕਰਮ ਵਟਾਂਦਰਾ ਗੁਣ ਨੂੰ ਕਹਿੰਦੇ ਕੀ ਹੈ, ਕਮੋਟੇਟਿਵ ਪ੍ਰੋਪਰਟੀ। ਓਕੇ, ਅੱਗੇ ਹੈਗਾ E ਦਾ ਗੁਣਾਤਮਿਕ ਤਤਸਮਕ ਹੈ। E ਦਾ ਹੁਣੇ ਤੁਹਾਨੂੰ ਕਰਾ ਕੇ ਹਟਿਆ, E ਦਾ ਗੁਣਾਤਮਿਕ ਜਿਹੜਾ ਗੁਣਾਤਮਿਕ ਤਤਸਮਕ ਪੁੱਛਿਆ ਹੈ, ਨਾ ਕਿ ਗੁਣਾਤਮਿਕ ਉਲਟ। ਜੇ ਗੁਣਾਤਮਿਕ ਉਲਟ ਪੁੱਛਿਆ ਹੁੰਦਾ ਤਾਂ ਫਿਰ ਬੱਚੋ ਆਂਸਰ ਆਣਾ ਸੀ 1/a, ਪਰ ਇੱਥੇ ਕਿਉਂਕਿ ਤਤਸਮਕ ਪੁੱਛ ਲਿਆ ਗਿਆ ਹੈ ਤੇ ਤਤਸਮਕ ਗੁਣਾਤਮਿਕ ਗੁਣਾਂ ਦੇ ਲਈ ਇੱਕ ਹੁੰਦਾ ਹੈ। ਬੜੇ ਹੀ ਧਿਆਨ ਨਾਲ ਕਰਨ ਵਾਲਾ ਕੁਐਸਚਨ ਹੈ, ਠੀਕ ਹੈ। ਤੇ ਥਰਡ ਦਾ A ਆਂਸਰ ਜਿਹੜਾ ਉਹ ਸਹੀ ਹੋਊਗਾ। ਨੈਕਸਟ 8ਵਾਂ ਹੈਗਾ, 8ਵੇਂ ਵਿੱਚ ਬੱਚੋ ਕੀ ਹੈ, ਕਿਹੜਾ ਗੁਣ ਹੁਣੇ ਆਪਾਂ ਕਰਕੇ ਹਟੇ, ਘਟਾਓ ਦੇ ਲਈ ਕੀ ਆ, ਘਟਾਓ ਤੇ ਗੁਣਾਂ ਦੀ ਘਟਾਓ ਉੱਪਰ ਵੰਡਕਾਰੀ, ਠੀਕ ਹੈ, ਯਾਨੀ ਕਿ ਡਿਸਟ੍ਰੀਬਿਊਟਿਵ ਪ੍ਰੋਪਰਟੀ ਫॉर ਸਬਟ੍ਰੈਕਸ਼ਨ। ਨੈਕਸਟ ਹੈਗਾ ਹੇਠਲਿਖਿਆਂ ਵਿੱਚੋਂ ਅੱਗੇ ਹੈਗਾ ਹੇਠਲਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਿਕ ਉਲਟ ਸੰਭਵ ਨਹੀਂ ਹੈ। ਤੋ ਆਊਟ ਆਫ which additive inverse is not possible, additive inverse is not possible, ਸੌਰੀ ਮਲਟੀਪਲੀਕੇਟਿਵ ਇਨਵਰਸ ਇਜ਼ ਨॉट ਪੋਸੀਬਲ, ਠੀਕ ਹੈ। ਇੱਥੇ ਗੁਣਾਤਮਿਕ ਹੈਗਾ ਨਾ, ਤਾਂ ਮਲਟੀਪਲੀਕੇਟਿਵ ਇਨਵਰਸ ਇਹਦਾ ਪੋਸੀਬਲ ਨਹੀਂ ਹੁੰਦਾ। ਮਲਟੀਪਲੀਕੇਟਿਵ ਇਨਵਰਸ ਬੱਚਿਓ 0 ਦਾ ਪੋਸੀਬਲ ਨਹੀਂ ਹੁੰਦਾ, ਬਸ ਇੱਕੋ ਇੱਕ ਸੰਖਿਆ ਹੈ ਜਿਹਦਾ ਤੁਸੀਂ ਮਲਟੀਪਲੀਕੇਟਿਵ ਇਨਵਰਸ ਨਹੀਂ ਕਰ ਸਕਦੇ। ਜਿੱਦਾਂ 0 ਬਟਾ ਕੋਈ ਵੀ ਸੰਖਿਆ ਹੋਵੇ, 0 ਬਟਾ x ਹੈ, ਉਹਦਾ ਵੀ ਪੋਸੀਬਲ ਨਹੀਂ ਹੋਊਗਾ, ਕਿਉਂਕਿ x ਬਟਾ 0 ਜੇ ਤੁਸੀਂ ਹਰ ਨੂੰ ਅੰਸ਼ ਤੇ ਅੰਸ਼ ਨੂੰ ਹਰ ਬਣਾਉਂਦੇ ਹੋ ਤਾਂ x ਬਟਾ 0 ਨੋਟ ਡਿਫਾਈਨ ਉਹਦਾ ਕੋਈ ਆਂਸਰ ਨਹੀਂ ਰਹਿਣਾ। ਤਾਂ ਇਹਦਾ ਆਂਸਰ ਫਸਟ ਆਪਸ਼ਨ ਆਏਗੀ। ਲਾਸਟ ਕੁਐਸਚਨ ਹੈਗਾ ਹੇਠਲਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਿਕ ਉਲਟ ਉਹੀ ਸੰਖਿਆ ਖੁਦ ਹੈ। ਗੁਣਾਤਮਿਕ ਉਲਟ ਵਿੱਚੋਂ ਇੱਕ ਹੁੰਦਾ ਹੈ ਜਿਹਦਾ ਗੁਣਾਤਮਿਕ ਉਲਟ ਜਿਹੜਾ ਉਹੀ ਸੰਖਿਆ ਹੁੰਦੀ ਹੈ, ਠੀਕ ਹੈ। ਕਿਉਂਕਿ ਇੱਕ ਦਾ ਜੇ ਤੁਸੀਂ ਉਲਟ ਕਰਦੇ ਵੀ ਹੋ ਤਾਂ 1/1 ਉਹ ਇੱਕ ਉੱਪਰ ਚਲਾ ਗਿਆ ਇੱਕ ਨੀਚੇ, ਫਿਰ ਵੀ ਇੱਕ ਹੀ ਆਂਸਰ ਆਊਗਾ। ਪਰ ਜੇ ਜੁੜਾਤਮਿਕ ਉਲਟ ਉਹੀ ਸੰਖਿਆ ਖੁਦ ਹੈ ਫਿਰ 0 ਆਣਾ ਸੀ, ਠੀਕ ਹੈ, ਫਿਰ ਕੀ ਆਣਾ ਸੀ, 0 ਆਣਾ ਸੀ, ਠੀਕ ਹੈ। ਪਰ ਇਹਦੇ ਵਿੱਚ ਵਿੱਚੋਂ -1 ਵੀ ਹੈਗਾ, ਠੀਕ ਹੈ, ਇੱਕ ਮਿੰਟ ਜਰਾ, ਇਹ -1 ਵੀ ਹੈ ਤਾਂ -1 ਦਾ ਗੁਣਾਤਮਿਕ ਉਲਟ -1 ਹੀ ਹੁੰਦਾ। ਇਹਦਾ ਮਤਲਬ ਆਂਸਰ ਇਹਦਾ D ਆਣਾ, ਨਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਇੱਕ, ਦੋਨੇ ਹੀ ਆ, ਦੋਨੇ B ਤੇ C ਦੋਨੋਂ ਹੈ, ਤਾਂ ਇਹਦਾ ਮਤਲਬ ਇਹ ਆਂਸਰ D ਆਪਸ਼ਨ ਇੱਥੇ ਹੋਵੇਗੀ, ਠੀਕ ਹੈ। तो लास्ट क्वेश्चन सी ओके, तो ये एक्सरसाइज 1.3 बच्चों ਤੁਹਾਡੀ ਕੰਪਲੀਟ ਹੋ ਗਈ ਹੈ। ਇਹਨੂੰ ਹੁਣ ਸਾਰੇ ਬੱਚਿਆਂ ਕਰ ਲੈਣਾ। थैंक यू वेरी मच।